ਜਦੋਂ ਰਾਏ ਬਲਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਮਹਾਰਾਜ 20 ਰੁਪਈਆਂ ਦਾ ਸੌਦਾ ਖਰਾ ਸੌਦਾ ਕਰਕੇ ਆਏ ਨੇ, ਵਪਾਰ ਕਰਨ ਪਿਤਾ ਜੀ ਨੇ ਭੇਜਿਆ ਸੀ। ਪਰ ਉਹਨਾਂ ਨੇ 20 ਰੁਪਈਆਂ ਦਾ ਲੰਗਰ ਪ੍ਰਸ਼ਾਦਾ ਭੁੱਖੇ ਸਾਧੂਆਂ ਨੂੰ, ਮਹਾਂਪੁਰਸ਼ਾਂ ਨੂੰ, ਤਤ ਬੇਤੇ ਜਿਹੜੇ ਸਨ ਉਹਨਾਂ ਨੂੰ ਵਰਤਾ ਦਿੱਤਾ। ਰਾਏ ਬਲਾਰ ਦੀ ਸ਼ਰਧਾ ਗੁਰੂ ਨਾਨਕ ਦੇਵ ਮਹਾਰਾਜ ਦੇ ਉੱਪਰ ਬਹੁਤ ਜ਼ਿਆਦਾ ਸੀ। ਅੱਲਾ ਸਰੂਪ, ਖੁਦਾ ਸਰੂਪ, ਪਰਮਾਤਮਾ ਸਰੂਪ, ਨਿਰੰਕਾਰ ਸਰੂਪ ਸਮਝ ਕੇ ਰਾਏ ਬਲਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਮਲ ਸਰੀਖੇ ਚਰਨਾਂ ਦਾ ਭੌਰਾ ਬਣ ਚੁੱਕਿਆ ਸੀ। ਰਾਏ ਬਲਾਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਗੁਰੂ ਨਾਨਕ ਨਿਰੰਕਾਰੀ ਹੈ। ਰਾਏ ਬਲਾਰ ਰਾਜੇ ਨੇ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਉਹਨਾਂ ਨੂੰ ਆਪਣੇ ਪਾਸ ਬੁਲਾਇਆ। ਸਾਰੀ ਵਾਰਤਾ ਪੁੱਛੀ। ਬਾਬਾ ਕਲਿਆਣ ਦਾਸ ਮਹਿਤਾ ਜੀ, ਪਟਵਾਰੀ ਸਾਹਿਬ, ਕੱਲ ਕੀ ਗੱਲ ਹੋਈ? ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਕਹਿਣ ਲੱਗੇ, ਰਾਏ ਬੁਲਾਰ ਜੀ, ਹੋਣਾ ਕੀ ਸੀ? 20 ਰੁਪਈਏ ਦੇ ਕੇ ਭੇਜਿਆ ਸੀ ਗੁਰੂ ਨਾਨਕ ਨੂੰ, ਨਾਲ ਸੰਧੂਆਂ ਦਾ ਬੱਚਾ ਬਾਲਾ ਵੀ ਗਿਆ ਸੀਗਾ। ਵਪਾਰ ਤਾਂ ਕੀ ਕਰਨਾ ਸੀ, ਉਲਟਾ ਉਹ 20 ਰੁਪਈਏ ਸਾਰੇ ਬਿਨਾਂ ਗੱਲ ਤੋਂ ਵਿਅਰਥ ਗਵਾਏ। ਰਾਏ ਬਲਾਰ ਹੱਸਿਆ, ਕਹਿਣ ਲੱਗਾ, ਨਹੀਂ, ਮਹਿਤਾ ਕਲਿਆਣ ਦਾਸ ਜੀ, ਤੁਸੀਂ ਬਹੁਤ ਵੱਡੇ ਭੁਲੇਖੇ ਚੋਂ। ਮੈਂ ਕਾਹਦਾ ਭੁਲੇਖੇ ਚੋਂ? ਰਾਜਨ, ਇਹਨਾਂ ਨੂੰ ਪੜ੍ਹਨ ਲਈ ਭੇਜਿਆ, ਇਹ ਪੜ੍ਹੇ ਨਹੀਂ। ਮੱਝਾਂ ਚਾਰਨ ਭੇਜਿਆ ਤਾਂ ਲਾਂਭਾ। ਜਿੱਥੇ ਵੀ ਭੇਜਦਾ 20 ਰੁਪਈਏ ਦੇ ਕੇ ਭੇਜਿਆ ਤੇ ਸਾਰੇ ਪੈਸੇ, ਚਲੋ ਜੇ 20 ਨਹੀਂ ਸੀ, ਕੋਈ 2-4 ਰੁਪਈਏ ਲਾ ਆਉਂਦਾ, ਬਾਕੀ ਕੋਈ 17-18 ਰੁਪਈਏ ਤੇ ਘਰ ਲੈ ਕੇ ਆਉਂਦੇ ਨਾ। 1 ਰੁਪਈਆ ਵੀ ਨਹੀਂ ਲੈ ਕੇ ਆਏ। ਵਪਾਰ ਤਾਂ ਕੀ ਕਰਨਾ ਸੀ? ਜਿਹੜੇ ਮੇਰੇ ਪੈਸੇ ਸਨ, ਮੇਰੀ ਮਾਇਆ ਸੀ 20 ਰੁਪਈਏ, ਉਹ ਵੀ ਸਾਰੇ ਗਵਾਏ। ਰਾਏ ਬਲਾਰ ਸੁਣ ਕੇ ਕਹਿਣ ਲੱਗਾ, ਤੂੰ ਨਹੀਂ ਸਮਝਦਾ। ਮੈਂ ਕਿਉਂ ਨਹੀਂ ਸਮਝਦਾ ਪਿਤਾ ਜੀ? ਫਿਰ ਕਲਿਆਣ ਦਾਸ ਜੀ, ਇਹ ਨਾਨਕ ਨਿਰੰਕਾਰੀ ਹੈ, ਰੱਬੀ ਰੂਹ ਆਹੋ ਹੈਗਾ ਨਿਰੰਕਾਰੀ। ਇਹੋ ਜਿਹੇ ਸਵਾਲ ਜਵਾਬ ਵੀ ਉੱਥੇ ਚੱਲੇ ਹੋਣੇ ਆ। ਪੰਡਤ ਹਰਦਿਆਲ ਕੋਲੇ ਗਿਆ, ਉਹ ਕਹਿੰਦਾ ਨਿਰੰਕਾਰੀ ਆ। ਪੰਡਤ ਗੋਪਾਲ ਦੱਤ ਕੋਲੇ ਗਿਆ, ਉਹ ਕਹਿੰਦਾ ਨਿਰੰਕਾਰੀ ਆ। ਹਰਦਾਸ ਕੋਲੇ ਗਿਆ, ਵੈਦ ਕੋਲੇ, ਉਹ ਕਹਿੰਦਾ ਨਿਰੰਕਾਰੀ ਆ। ਕੁਤਬਦੀਨ ਕੋਲੇ ਗਿਆ, ਉਹ ਕਹਿੰਦਾ ਨਿਰੰਕਾਰੀ ਆ। ਰਾਏ ਬੁਲਾਰ ਜੀ, ਤੁਸੀਂ ਆ, ਤੁਸੀਂ ਵੀ ਕਹੀ ਜਾਂਦੇ ਆ ਨਿਰੰਕਾਰੀ, ਪਰ ਮੈਨੂੰ ਤੇ ਪੁੱਛ ਕੇ ਦੇਖੋ, ਮੇਰਾ ਤੇ ਘਰ ਉਜੜਦਾ ਜਾਂਦਾ। ਭਾਂਡਾ ਹੱਥ ਵਿੱਚ ਆਉਂਦਾ, ਉਹ ਬਾਹਰ ਦੇ ਆਉਂਦੇ ਆ। ਗਹਿਣੇ ਆ ਤੇ ਉਹ ਬਾਹਰ ਦੇ ਆਉਂਦੇ ਆ। 20 ਰੁਪਈਏ ਸੀ ਤੇ ਉਹ ਰਾਏ ਬੁਲਾਰ ਕਹਿਣ ਲੱਗਾ, ਖੁਦਾ ਹਮੇਸ਼ਾ ਵੰਡਦਾ ਹੈ। ਖੁਦਾ ਹਮੇਸ਼ਾ ਆਪਣੀ ਪ੍ਰਜਾ ਦੀ
ਪਾਲਣਾ ਕਰਦਾ ਹੈ, ਪਰਜਾ ਤੱਕ ਰਿਜ਼ਕ ਪਹੁੰਚਾਉਂਦਾ। ਬਾਬਾ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਮੈਨੂੰ ਨਹੀਂ ਪਤਾ। ਰਾਏ ਬਲਾਰ ਜੀ ਤੁਸੀਂ ਕੀ ਕਹੀ ਜਾਂਦੇ ਹੋ? ਨਾਨਕ ਨਿਰੰਕਾਰੀ ਕਹਿੰਦੇ ਹੋ ਜਾਂ ਕੁਝ ਵੀ, ਪਰ ਜਿਸ ਤਰ੍ਹਾਂ ਚੱਲਿਆ ਤੇ ਕਿਵੇਂ ਮੈਂ ਸੋਚਦਾ ਵੀ ਇਹ ਗੱਭਰੂ ਹੋ ਕੇ ਕੀ ਕਰੇਗਾ। ਅਸੀਂ ਤਾਂ ਦੋਵੇਂ ਜੀ ਦੰਪਤ ਤ੍ਰਿਪਤਾ ਜੀ ਔਰ ਮੈਂ ਮਨ ਦੇ ਵਿੱਚ ਚਿੰਤਾਤੁਰ ਹਾਂ, ਦੁੱਖ ਦੇ ਸਹਿਤ ਹਾਂ, ਸੋਚਦੇ ਹਾਂ, ਚਿੰਤਾ ਆਉਂਦੀ ਹੈ ਬੱਚੇ ਦੀ। ਰਾਏ ਬਲਾਰ ਕਹਿਣ ਲੱਗਾ ਵੀ ਤੁਹਾਨੂੰ ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਗੱਲ 20 ਰੁਪਈਆਂ ਦੀ ਆ, ਮੇਰੇ ਤੋਂ ਲੈ ਲਓ। ਨਹੀਂ, 20 ਰੁਪਈਆਂ ਦੀ ਗੱਲ ਨਹੀਂ। ਬਾਬਾ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਵੀ ਤੁਹਾਡਾ ਦਿੱਤਾ ਹੋਇਆ ਬਹੁਤ ਕੁਝ ਆ। ਰਾਏ ਬਲਾਰ ਕਹਿਣ ਲੱਗਾ ਨਹੀਂ, ਅਸਲ ਸਚਾਈ ਇਹ ਆ ਕਲਿਆਣ ਦਾਸ ਜੀ, ਜੋ ਮੇਰੇ ਕੋਲੇ ਆ ਉਹ ਵੀ ਗੁਰੂ ਨਾਨਕ ਦਾ ਦਿੱਤਾ। 20 ਰੁਪਈਏ ਲੈ ਲਾ। ਕਹਿੰਦਾ ਨਹੀਂ, ਮੈਨੂੰ 20 ਰੁਪਈਆਂ ਦੀ ਗੱਲ ਨਹੀਂ। ਸੋਚ ਤਾਂ ਇਹ ਆ ਵੀ ਜੇ ਇਦਾਂ ਹੀ ਚੱਲਿਆ ਤੇ ਕੰਮ ਚੱਲੇਗਾ ਕਿਵੇਂ, ਇਸ ਤਰ੍ਹਾਂ ਦੀਆਂ ਵਿਚਾਰਾਂ ਚੱਲੀਆਂ। ਬਾਬਾ ਮਹਿਤਾ ਕਲਿਆਣ ਦਾਸ ਜੀ ਘਰ ਆ ਗਏ। ਸਤਿਕਾਰਯੋਗ ਸਾਡੇ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਬਾਬਾ ਕਲਿਆਣ ਦਾਸ ਆਪਸ ਵਿੱਚ ਵਿਚਾਰ ਕਰਨ ਲੱਗੇ ਕੀ ਕੀਤਾ ਜਾਵੇ, ਕਿੱਦਾਂ ਹੋਵੇ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਬ੍ਰਹਿਮੰਡ ਦੇ ਮਾਲਕ ਉਹਨਾਂ ਦਿਨਾਂ ਦੇ ਵਿੱਚ ਕੁਝ ਅਗੰਮੀ ਅਵਸਥਾ ਵਿੱਚ ਰਹਿੰਦੇ ਸਨ। ਨਾ ਕਿਸੇ ਨਾਲ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤਾ ਖੇਡਣਾ, ਨਾ ਕਿਸੇ ਨਾਲ ਬਹੁਤਾ ਜਾਣਾ ਆਉਣਾ। ਆਪਣੇ ਆਨੰਦ ਵਿੱਚ, ਆਪਣੇ ਹੀ ਆਪਣੀ ਮੌਜ ਦੇ ਵਿੱਚ ਮਸਤ ਰਹਿੰਦੇ। ਥੋੜਾ ਸਮਾਂ ਲੰਘਿਆ। ਰਾਏ ਬਲਾਰ ਰਾਜੇ ਨੇ ਫਿਰ ਬੁਲਾਇਆ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਨੂੰ। 10 ਭਾਈ ਸੁਲਤਾਨਪੁਰ ਲੋਧੀ ਦੇ ਵਿੱਚ ਸਤਿਕਾਰਯੋਗ ਬਾਬਾ ਪਰਮਾਨੰਦ ਜੀ, ਉਹਨਾਂ ਦੇ ਸੁਪੁੱਤਰ ਬਾਬਾ ਜੈ ਰਾਮ ਜੀ। ਜੇ ਤੁਸੀਂ ਕਹੋ ਤੇ ਉਹਨਾਂ ਦਾ ਬੱਚਾ ਜਿਹੜਾ ਬਹੁਤ ਸਤਿਕਾਰ ਵਾਲਾ, ਬੜਾ ਪਿਆਰ ਵਾਲਾ, ਤੇ ਬੇਬੇ ਨਾਨਕੀ ਦੇ ਲਈ ਰਿਸ਼ਤਾ। ਬਾਬਾ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਦੇਖੋ ਰਾਜਨ, ਤੁਹਾਡੀ ਵੀ ਬੱਚੀ ਆ, ਤੁਹਾਡੀ ਵੀ ਧੀ ਆ, ਮੈਂ ਪਟਵਾਰੀ ਆ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਠੀਕ ਆ। ਇੱਧਰ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ, ਉਹਨਾਂ ਦਾ ਰਿਸ਼ਤਾ ਸੁਲਤਾਨਪੁਰ ਦੇ ਵਿੱਚ ਸਤਿਕਾਰਯੋਗ ਬਾਬਾ ਜੈ ਰਾਮ ਜੀ ਨਾਲ ਹੋ ਗਿਆ। ਥੋੜਾ ਸਮਾਂ ਲੰਘਿਆ। ਇਹ ਇੱਕ ਸੰਸਾਰੀ ਰੀਤੀ ਆ, ਸੰਸਾਰੀ ਮਰਿਆਦਾ ਹੈ। ਕਿਉਂਕਿ ਸੰਸਾਰੀ ਰੀਤੀ ਮਰਿਆਦਾ ਜੋ ਆ, ਡਿਸਿਪਲਨ ਆ, ਸਾਨੂੰ ਉਹਦੇ ਨਾਲ ਵੀ ਚੱਲਣਾ ਪੈਂਦਾ। ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਮਾਤਾ ਤ੍ਰਿਪਤਾ ਜੀ ਨੇ ਆਪਣੇ ਸੁਪੁੱਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਹਾ, ਕਹਿਣ ਲੱਗੀ ਪੁੱਤਰ ਏਦਾਂ ਕਰ, ਤਕਰੀਬਨ ਕਾਫੀ ਦਿਨ ਹੋ ਗਏ ਆ, ਭਾਈ ਬਾਲੇ ਨੂੰ ਨਾਲ ਲੈ ਜਾ। ਆਪਣੀ ਭੈਣ, ਸਾਡੀ ਸੁਪੁੱਤਰੀ, ਸਾਡੀ ਧੀ ਰਾਣੀ ਬੇਬੇ ਨਾਨਕੀ,
ਉਹਨਾਂ ਨੂੰ ਸੁਲਤਾਨਪੁਰ ਤੋਂ ਲੈ ਆਵੋ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਚੁੱਪ ਹੋ ਗਏ। ਫਿਰ ਕਿਹਾ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ, ਕਹਿੰਦੇ ਦੇਖ, ਸੰਸਾਰ ਦੇ ਵਿੱਚ ਵਿਚਰਦਿਆਂ, ਸੰਸਾਰ ਵਿੱਚ ਰਹਿੰਦਿਆਂ ਘਰ ਦੀਆਂ ਜ਼ਿੰਮੇਵਾਰੀਆਂ ਕਈ ਨਿਭਾਉਣੀਆਂ ਪੈਂਦੀਆਂ। ਤੇਰੀ ਭੈਣ ਸਾਡੀ ਧੀ, ਬ੍ਰਜ ਭਾਸ਼ਾ ਵਿੱਚ ਭੈਣ ਨੂੰ ਕਹਿੰਦੇ ਆ ਭਗਨੀ। ਤੇਰੀ ਭੈਣ ਬ੍ਰਜ ਭਾਸ਼ਾ ਵਿੱਚ ਧੀ ਨੂੰ ਕਹਿੰਦੇ ਸੁਤਾ। ਸੁੱਤ ਪੁੱਤਰ ਨੂੰ ਸੁਤਾ, ਧੀ ਨੂੰ ਤਾਤ, ਪਿਤਾ ਨੂੰ ਕਈ ਥਾਵਾਂ ਤੇ ਤਾਤ ਪੁੱਤ ਨੂੰ ਵੀ ਕਹਿੰਦੇ ਆ। ਉਹ ਜਥਾ ਪ੍ਰਕਰਮੰ ਤਥਾ ਅਰਥੰ ਹੁੰਦਾ। ਪਰ ਕਰਮ ਦੇ ਹਿਸਾਬ ਦੇ ਨਾਲ ਅਰਥ ਕੀਤੇ ਜਾਂਦੇ ਆ। ਤੁਸੀਂ ਏਦਾਂ ਕਰੋ, ਜਾ ਕੇ ਸਾਡੀ ਬੱਚੀ ਤੇਰੀ ਭੈਣ ਉਹਨਾਂ ਨੂੰ ਲੈ ਆਵੋ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਚੁੱਪ ਰਹੇ, ਕੁਝ ਬੋਲੇ ਨਹੀਂ। ਬਾਬਾ ਮਹਿਤਾ ਕਲਿਆਣ ਦਾਸ ਜੀ ਫਿਰ ਚੁੱਪ ਹੋ ਗਏ। ਕਹਿੰਦੇ ਰਾਏ ਬੁਲਾਰ ਕੋਲੇ, ਰਾਜੇ ਕੋਲੇ ਚਲੇ ਗਏ। ਜਾ ਕੇ ਕਹਿਣ ਲੱਗੇ, ਰਾਜਨ ਦੇਖੋ, ਤੁਸੀਂ ਨਾਨਕ ਨੂੰ ਸੱਦ ਕੇ ਸਮਝਾਵੋ ਵੀ ਇਹ ਕਿਉਂ ਨਹੀਂ ਜਾਂਦੇਗੇ। ਰਾਏ ਬੁਲਾਰ ਕਹਿਣ ਲੱਗਾ, ਦੇਖ ਮਹਿਤਾ ਕਲਿਆਣ ਦਾਸ ਜੀ, ਤੁਸੀਂ ਨਹੀਂ ਕੁਝ ਬੋਲਣਾ, ਤੁਸੀਂ ਕੁਝ ਨਹੀਂ ਕਹਿਣਾ, ਤੁਸੀਂ ਚੁੱਪ ਰਹਿਣਾ। ਅਸੀਂ ਆਪੇ ਨਿਰੰਕਾਰੀ ਗੁਰੂ ਨਾਨਕ ਨੂੰ ਸੱਦ ਕੇ ਬੁਲਾ ਕੇ ਭੇਜ ਦੇਵਾਂਗੇ। ਕਹਿਣ ਲੱਗਾ ਠੀਕ ਆ। ਗੁਰੂ ਨਾਨਕ ਨੂੰ ਸੱਦਿਆ। ਗੁਰੂ ਨਾਨਕ ਆਏ। ਕਿਸ਼ੋਰ ਅਵਸਥਾ ਸੀ, ਕਿਉਂਕਿ ਇੱਕ ਬਾਲ ਅਵਸਥਾ ਹੁੰਦੀ ਆ, ਇੱਕ ਬੱਚਾ ਕਹਿੰਦੇ ਨੇ, ਬੱਚਾ ਕਹਿੰਦੇ ਆ ਜਿਹਨੂੰ ਹਜੇ ਸੂਹ ਨਹੀਂ, ਜੰਮਦਾ ਹੀ 4-5 ਸਾਲ ਤੱਕ। ਉਸ ਤੋਂ ਬਾਅਦ 12-13 ਸਾਲ ਤੱਕ ਬਾਲ ਕਹਿਣ ਲੱਗ ਪੈਂਦੇ ਆ। ਫਿਰ ਕਿਸ਼ੋਰ ਅਵਸਥਾ ਆ ਜਾਂਦੀ ਹੈ 5-7 ਸਾਲ। ਫਿਰ ਜਵਾਨੀ ਸ਼ੁਰੂ ਹੁੰਦੀ ਆ। ਇਹ ਉਮਰਾਂ ਜਿਹੜੀਆਂ ਇਹ ਵਿਦਵਾਨ ਲੋਕਾਂ ਨੇ, ਸਤਿਕਾਰਯੋਗ ਬੁੱਧੀਜੀਵ ਗਿਆਨੀ ਲੋਕ, ਉਹਨਾਂ ਨੇ ਇਹ ਉਮਰਾਂ ਜਿਹੜੀਆਂ ਉਮਰਾਂ ਉਹ ਹਿੱਸਿਆਂ ਦੇ ਤਰ੍ਹਾਂ ਭਾਗਾਂ ਦੇ ਵਿੱਚ ਵੰਡੀਆਂ ਹੋਈਆਂ। ਵੈਸੇ 4 ਅਵਸਥਾ ਹੀ, ਬਚਪਨ, ਜਵਾਨੀ, ਅਧਖੜ, ਬੁਢੇਪਾ। ਗੁਰੂ ਨਾਨਕ ਨਿਰੰਕਾਰੀ ਗਏ ਰਾਏ ਬੁਲਾਰ ਦੇ ਕੋਲੇ। ਰਾਏ ਬੁਲਾਰ ਨੇ ਬੜਾ ਪਿਆਰ ਦਿੱਤਾ, ਬੜਾ ਸਤਿਕਾਰ ਦਿੱਤਾ ਹਜ਼ੂਰ ਨੂੰ। ਜਿਸ ਆਸਣ ਤੇ ਰਾਏ ਬੁਲਾਰ ਆਪ ਬੈਠਾ ਸੀ, ਉਸ ਆਸਣ ਤੋਂ ਰਾਜਾ ਉੱਠ ਕੇ ਥੱਲੇ ਆ ਗਿਆ। ਕਿਉਂਕਿ ਮੈਂ ਬੇਨਤੀ ਕੀਤੀ ਹੈ ਵੀ ਰਾਏ ਬੁਲਾਰ ਨੂੰ ਬਹੁਤ ਜ਼ਿਆਦਾ ਸ਼ਰਧਾ ਗੁਰੂ ਨਾਨਕ ਦੇ ਪ੍ਰਤੀ ਹੋ ਗਈ ਸੀ, ਹਜ਼ੂਰ ਦੇ ਚਰਨਾਂ ਦੇ ਪ੍ਰਤੀ। ਰਾਜ ਬੁਲਾਰ ਕਹਿਣ ਲੱਗਾ, ਨਾਨਕ ਜੀ, ਨਿਰੰਕਾਰੀ ਜੀ, ਅੱਲਾ ਦੇ ਰੂਪ, ਖੁਦਾ ਦੇ ਰੂਪ, ਤੁਸੀਂ ਆਸਣ ਦੇ ਉੱਪਰ ਬੈਠੋ, ਅਸੀਂ ਥੱਲੇ। ਕਹਿਣ ਲੱਗੇ ਨਹੀਂ। ਗੁਰੂ ਨਾਨਕ ਕਹਿੰਦੇ ਨਹੀਂ, ਤੁਸੀਂ ਧਰਮੀ ਰਾਜੇ ਹੋ, ਤੁਸੀਂ ਨਿਆਂਕਾਰੀ ਹੋ, ਤੁਹਾਡੇ ਕੋਲੇ ਦਇਆ ਸੰਤੋਖ ਹੈ, ਤੁਹਾਡੇ ਕੋਲੇ ਵਿਵੇਕ ਆ, ਤੁਹਾਡੇ ਕੋਲੇ ਗਿਆਨ ਹੈ, ਤੁਸੀਂ ਧਰਮ ਦਾ ਨਿਆਂ ਕਰਦੇ ਹੋ, ਪਰਜਾ ਦੀ ਪਾਲਣਾ ਕਰਦੇ ਹੋ, ਤੁਸੀਂ ਉੱਪਰ ਬੈਠੋ। ਰਾਜਾ ਕਹਿਣ ਲੱਗਾ, ਕਹਿੰਦਾ ਹਾਂ ਮੈਂ ਭਾਵੇਂ ਧਰਮੀ ਆ, ਪਰਜਾ ਦੀ ਪਾਲਣਾ ਕਰਦਾ, ਮੈਂ ਨਿਆਂ ਕਰਦਾ, ਪਰ ਇਹ ਸਭ ਦੇ ਪਿੱਛੇ ਗੁਰੂ ਨਾਨਕ ਰਹਿਮਤ ਤੇਰੀ ਆ, ਖੁਦਾ ਅੱਲਾ ਰੂਪ ਬਖਸ਼ਿਸ਼ ਤੇਰੀ ਆ, ਐ ਪਰਵਦਗਾਰ ਕਿਰਪਾ ਤੇਰੀ। ਇਹ ਸਤਿਕਾਰ ਸੀਗਾ। ਗੁਰੂ ਨਾਨਕ ਬੈਠੇ। ਰਾਜ ਬੁਲਾਰ ਕਹਿਣ ਲੱਗਾ, ਬੇਨਤੀ ਆ। ਮਹਾਰਾਜ ਨਿਮਰਤਾ ਦੇ ਪੁੰਜ ਸੀ, ਨਹੀਂ ਰਾਜਨ, ਤੁਹਾਡੀ ਉਮਰ ਵੱਡੀ ਆ, ਹੁਕਮ ਨਹੀਂ, ਬੇਨਤੀ ਆ। ਖੁਦਾ ਦੇ ਸਾਹਮਣੇ, ਅੱਲਾ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਰੱਬ ਦੇ ਪਿਆਰੇ ਦੇ ਸਾਹਮਣੇ, ਬ੍ਰਹਮ ਗਿਆਨੀ ਤਤ ਬਿੱਤਾ ਮਹਾਪੁਰਸ਼ ਗੁਰਮੁਖ ਪਿਆਰਾ, ਉਹਨਾਂ ਦੇ ਸਾਹਮਣੇ ਕਦੇ
ਹੁਕਮ ਨਹੀਂ, ਬੇਨਤੀ ਹੁੰਦੀ ਆ। ਉਮਰ ਵੱਡੀ ਨਹੀਂ ਗੀ, ਯਾਦ ਰੱਖਿਓ, ਬੁੱਧੀ ਵੱਡੀ ਹੈ, ਗਿਆਨ ਵੱਡਾ ਹੈ। ਉਮਰ ਹਰਨਾਕਸ਼ ਦੀ ਕਿੰਨੀ ਹੋ ਗਈ ਸੀ? ਹਰਨਾਕਸ਼ ਦੀ ਉਮਰ ਦਾ ਤੇ ਜਲੇ ਹਰਨਾਕਸ਼ ਥਲੇ ਹਰਨਾਕਸ਼ 10 ਵਾਰ ਮੰਗੇ ਸੀ, ਨਾ ਬਾਹਰ ਮਰਾਂ ਨਾ ਅੰਦਰ ਮਰਾਂ, ਨਾ ਧੁੱਪੇ ਮਰਾਂ ਨਾ ਛਾਵੇਂ ਮਰਾਂ। ਸੋਚੋ ਜਰਾ ਵੀ ਕਿੰਨੀ ਉਮਰ ਹੋ ਜਾਗੀ ਹੋਣੀ ਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਆ ਵੀ ਜੇ ਰਾਮ ਨਾਮ ਦੀ ਭਗਤੀ ਕਰਨ ਦਾ ਤਰੀਕਾ, ਰੱਬ ਦੀ ਬੰਦਗੀ ਦਾ, ਵਾਹਿਗੁਰੂ ਅਕਾਲ ਦੀ ਭਗਤੀ ਕਰਨ ਦੀ ਜੁਗਤੀ ਜੇ ਸਿੱਖਣੀ ਆ, ਕਿ ਸਭ ਤੋਂ ਛੋਟੀ ਉਮਰ ਦੇ ਆ ਭਗਤ ਪ੍ਰਹਿਲਾਦ ਤੇ ਭਗਤ ਧਰੂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪੋ ਹਰ ਜੈਸੇ। ਉਮਰ ਦੀ ਗੱਲ ਨਹੀਂ, ਬੁੱਧੀ ਦੀ ਗੱਲ। ਆਪਾਂ ਆਮ ਤੌਰ ਤੇ ਦੇਖਦੇ ਹਾਂ ਕਈ ਬੱਚੇ ਮਾਪਿਆਂ ਨੂੰ ਸਮਝਾਉਂਦੇ ਅੱਜ ਵੀ ਅਜੋਕੇ ਸਮੇਂ ਵਿੱਚ, ਉਮਰ ਛੋਟੀ ਹੁੰਦੀ ਆ, ਬੁੱਧੀ ਵਿਸ਼ਾਲ ਹੁੰਦੀ ਆ। ਕਈਆਂ ਦੀ ਉਮਰ ਵੱਡੀ ਹੁੰਦੀ ਆ, ਬੁੱਧੀ ਤੁੱਛ ਹੁੰਦੀ ਆ, ਉਹ ਸਮਝਦੇ ਨਹੀਂ। ਰਾਏ ਬੁਲਾਰ ਕਹਿਣ ਲੱਗਾ, ਮਹਾਰਾਜ ਮੇਰੀ ਬੇਨਤੀ ਆ, ਕਿਰਪਾ ਕਰੋ ਆਪਣੀ ਭਗਨੀ ਆਪਣੀ ਭੈਣ ਨੂੰ। ਮਹਾਰਾਜ ਕਹਿਣ ਲੱਗੇ, ਰਾਜਨ ਜੋ ਤੁਸੀਂ ਕਿਹਾ 7 ਬਚਨ ਨਹੀਂ, ਗੁਰੂ ਨਾਨਕ 7 ਬਚਨ ਮੇਰਾ ਕਹਿਣਾ ਬਣਦਾ, ਤੁਹਾਡਾ ਨਹੀਂ। ਮੇਰੀ ਬੇਨਤੀ ਹੈ। ਸਤਿਕਾਰ ਕੀਤਾ, ਹਜੂਰ ਚਲੇ ਗਏ। ਗੁਰੂ ਨਾਨਕ ਦਾ ਲਾਹੀ ਯਾਰ, ਗੁਰੂ ਨਾਨਕ ਦਾ ਸੰਗੀ, ਗੁਰੂ ਨਾਨਕ ਦਾ ਪ੍ਰੇਮ ਪਿਆਰਾ, ਗੁਰੂ ਨਾਨਕ ਦੇ ਕਮਲ ਸਰੀਕੇ ਚਰਨਾਂ ਦੀ ਪ੍ਰੀਤੀ ਸੀ ਭਾਈ ਬਾਲੇ ਦੀ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਕਹਿੰਦੇ ਭਾਈ ਬਾਲਾ ਵੀ ਨਾਲ ਮਾਤਾ ਤ੍ਰਿਪਤਾ ਜੀ ਨੂੰ ਮੱਥਾ ਟੇਕਿਆ, ਬਾਬਾ ਕਲਿਆਣ ਦਾਸ ਜੀ ਨੂੰ ਮੱਥਾ ਟੇਕਿਆ। ਮਾਂ ਤ੍ਰਿਪਤਾ ਨੇ ਬੈਗ ਝੋਲਾ, ਜੋ ਵੀ ਉਹਨਾਂ ਸਮਿਆਂ ਦੇ ਵਿੱਚ ਅੱਜ ਥੈਲਾ ਕਹਿ ਦਿੰਦੇ ਆ, ਮਾਲਵੇ ਦੀ ਪੁਰਾਣੀ ਭਾਸ਼ਾ ਝੋਲਾ। ਠੀਕ ਆ, ਅੱਜ ਅਜੋਕੇ ਸਮੇਂ ਦੇ ਵਿੱਚ ਤੁਸੀਂ ਵੜ ਗਏ ਹੋ, ਮੈਂ ਨਹੀਂ ਕਹਿੰਦਾ ਵੀ ਨਹੀਂ, ਪਰ ਜਿਹੜੇ ਸਾਡੇ ਪਿਆਰੇ ਪੁਰਾਣੇ ਬੋਲ ਆ ਨਾ, ਉਹਨਾਂ ਨੂੰ ਭੁਲਾਵੋ ਨਾ। ਬੜੇ ਸੋਹਣੇ ਲੱਗਦੇ ਆ ਸਿੱਧੇ ਸਾਦੇ ਬੋਲ, ਅਸੀਂ ਸਵਾਰ ਕੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਰੱਖਿਓ ਮੇਰੀ ਇੱਕ ਗੱਲ, ਇਹ ਸਵਾਰ ਕੇ ਬੋਲਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਪਰ ਸਵਾਰ ਕੇ ਬੋਲੇ ਹੋਏ ਬੋਲ ਉਹ ਵੀ ਮਿੱਠੇ ਆ, ਪਰ ਜਿਹੜੇ ਸਿੱਧੇ ਸਾਦੇ ਬੋਲ ਆ, ਭੋਲਾ ਭਾਉ ਗੋਬਿੰਦ ਮਿਲਾਵੇ, ਉਹ ਬੜੇ ਪਿਆਰੇ ਲੱਗਦੇ। ਝੋਲਾ ਕਹਿ ਦਿੰਦੇ ਆ, ਥੈਲਾ ਕਹਿ ਦਿੰਦੇ ਆ, ਬੈਗ ਕਹਿ ਲਓ। ਝੋਲਾ ਭਰ ਕੇ, ਬੈਗ ਭਰ ਕੇ, ਥੈਲਾ ਭਰ ਕੇ ਸਮਾਨ ਆਦਿਕ ਮਾਂ ਤ੍ਰਿਪਤਾ ਨੇ ਆਪਣੀ ਧੀ ਵੱਲ ਭੇਜਿਆ। ਤੁਰ ਪਏ ਬ੍ਰਹਮੰਡ ਦੇ ਮਾਲਕ, ਮੌਜ ਦੇ ਮਾਲਕ, ਚੋਜੀ ਪ੍ਰੀਤਮ ਗੁਰੂ ਨਾਨਕ, ਨਾਲ ਭਾਈ ਬਾਲਾ। ਰਾਏ ਭੋਜ ਦੀ ਤਲਵੰਡੀ ਪਾਕਿਸਤਾਨ ਜੋ ਅੱਜ ਕੱਲ, ਉੱਥੋਂ ਸੁਲਤਾਨਪੁਰ ਕਪੂਰਥਲੇ ਦੇ ਕੋਲੇ, ਸੁਲਤਾਨਪੁਰ ਪਹੁੰਚੇ। ਪੈਂਡਾ ਤੈਅ ਕਰਕੇ ਦੂਰੋਂ ਤੱਕਿਆ ਭੈਣ ਨੇ, ਮਨ ਗਦਗਦ ਹੋ ਗਿਆ, ਚਿਹਰਾ ਗਦਗਦ ਹੋ ਗਿਆ, ਚਿਹਰੇ ਦੇ ਉੱਪਰ ਪ੍ਰਤਾਪ ਵੱਧ ਗਿਆ, ਪ੍ਰਫੁੱਲਤ ਹੋ ਗਿਆ ਚਿਹਰਾ, ਰੋਮਟੇ ਖੜੇ ਹੋ ਗਏ। ਦੇਖ ਕੇ ਦੌੜ ਕੇ ਆਏ ਸਤਿਕਾਰਯੋਗ ਬੇਬੇ ਨਾਨਕੀ ਜੀ, ਆ ਮਿਲੇ ਵੀਰਾ, ਤੂੰ ਧੰਨ ਹੈ। ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਤੇ ਗੁਰੂ ਨਾਨਕ ਪਛਾਣ ਹੋ ਗਏ, ਨਾ ਬੇਬੇ ਤੂੰ ਬੇਬੇ ਆ, ਤੂੰ ਵੱਡੀ ਆ, ਤੂੰ ਨਾਨਕੀ ਆ। ਨਾ ਗੁਰੂ ਨਾਨਕ, ਉਮਰ ਕਰਕੇ ਵੱਡੀ ਆ, ਪਰ ਤੂੰ ਸੰਸਾਰ ਦਾ
ਪ੍ਰਤਪਾਲਕ ਹੈ, ਠਾਕੁਰ ਹੈ, ਦਾਤਾ ਹੈ, ਨਾਥ ਹੈ। ਮੈਨੂੰ ਤੇਰੇ ਚਰਨਾਂ ਤੇ ਨਮਸਕਾਰ ਕਰ ਲੈਣ ਦੇ। ਇਉਂ ਪਿਆਰ ਭਰੀਆਂ ਭਿੱਜੀਆਂ ਭਾਈ ਬਾਲੇ ਦੇ ਨਾਲ ਗੱਲਾਂ ਬਾਤਾਂ। ਹਾਂ ਭੈਣੇ, 2-4 ਦਿਨ ਹੋ ਗਏ ਸੀ ਤੁਰਿਆਂ ਨੂੰ, ਸੁਖ ਸ਼ਾਂਤੀ ਪੁੱਛੀ ਬੈਠੇ। ਪਿਤਾ ਜੀ ਦਾ ਕੀ ਹਾਲ ਆ, ਮਾਤਾ ਜੀ ਦਾ ਕੀ ਹਾਲ ਆ, ਸਭ ਕੁਝ। 2-4 ਦਿਨ ਇਤਿਹਾਸ ਦੱਸਦਾ ਵੀ ਉੱਥੇ ਰਹੇ ਤੇ ਸਤਿਕਾਰਯੋਗ ਬਾਬਾ ਪਰਮਾਨੰਦ ਜੀ, ਬਾਬਾ ਜੈ ਰਾਮ ਜੀ ਦੇ ਪਿਤਾ ਜੀ ਸੀ। ਉਹਨਾਂ ਨੂੰ ਬੇਨਤੀ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਪਿਤਾ ਸਮਾਨ ਬਾਬਾ ਜੀ, ਤੁਹਾਡਾ ਹੁਕਮ ਹੋਵੇ। ਇਹ ਇੱਕ ਮਰਿਆਦਾ ਸੀ, ਮੁੱਢਲੀ ਰਹੁ ਰੀਤੀ। ਕਿਉਂਕਿ ਜਦੋਂ ਵੀ ਧੀ ਵਾਲੇ ਧੀ ਨੂੰ ਲੈਣ ਜਾਂਦੇ, ਉਹ ਪਿਤਾ ਦੇ ਯਾਨੀ ਲੜਕੇ ਦੇ ਪਿਤਾ ਜਾਂ ਲੜਕੇ ਦੀ ਪਹਿਲਾਂ ਮਾਤਾ ਨੂੰ ਪੁੱਛਦੇ। ਅੱਜ ਤੇ ਸਮਾਂ ਹੀ ਬਦਲ ਗਿਆ, ਅੱਜ ਉਹ ਸਮਾਂ ਰਿਹਾ ਨਹੀਂ ਗਾ। ਜਿਵੇਂ ਕਹਿੰਦੇ ਆ ਬਸ ਥੋੜਾ ਜਿਹਾ ਬੋਲੇ ਨਹੀਂ ਗਏ, ਧੀ ਵਾਲੇ ਵੀ ਬਬੂਣੇ ਹੋ ਜਾਂਦੇ ਆ ਤੇ ਪੁੱਤ ਵਾਲੇ ਵੀ ਦਾਜ ਦੇ ਲਾਲਚ ਵਿੱਚ। ਆਪਾਂ ਨੂੰ ਪਤਾ ਹੀ ਹੈ ਕੀ ਕੁਝ ਹੋ ਹੀ ਜਾਂਦਾ। ਇਹ ਸਤਿਕਾਰ ਸੀ, ਇਹ ਪਿਆਰ ਸੀ, ਪ੍ਰੇਮ ਸੀ ਕਿ ਬੱਚੇ ਦੇ ਮਾਤਾ ਪਿਤਾ ਨੂੰ ਪੁੱਛਿਆ ਜਾਂਦਾ ਸੀ ਵੀ ਅਸੀਂ ਲਿਜਾ ਸਕਦੇ ਹਾਂ ਕਿ ਨਹੀਂ। ਪੁੱਛਿਆ ਬਾਬਾ ਪਰਮਾਨੰਦ ਜੀ, ਮਾਤਾ ਜੀ ਬਾਬਾ ਜੈ ਰਾਮ ਜੀ ਦੇ। ਉਹ ਕਹਿਣ ਲੱਗੇ ਜ਼ਰੂਰ, ਸਾਡੀ ਧੀ ਰਾਣੀ ਆ, ਮਿਲ ਕੇ ਆ ਜਾਵੇਗੀ। ਬਾਬਾ ਜੈ ਰਾਮ ਜੀ ਨੇ ਕਿਹਾ ਗੁਰੂ ਨਾਨਕ ਜੀ ਤੁਸੀਂ ਥੋੜਾ ਸਮਾਂ ਸਾਡੇ ਕੋਲ ਰਹੋ। ਕਹਿੰਦੇ ਨਹੀਂ, ਹੁਣ ਅਸੀਂ ਵਾਪਸ ਤਲਵੰਡੀ ਜਾਣਾ। ਤਲਵੰਡੀ ਜਾਣ ਦੀ ਤਿਆਰੀ ਕਰ ਲਈ। ਮਾਨੋ ਗੁਰੂ ਨਾਨਕ, ਬੇਬੇ ਨਾਨਕੀ, ਭਾਈ ਬਾਲਾ ਯਾਨੀ ਭੈਣ ਨੂੰ ਲੈਣ ਗਏ ਸੀ ਗੁਰੂ ਨਾਨਕ। 2-4 ਦਿਨਾਂ ਬਾਅਦ ਸੁਲਤਾਨਪੁਰ ਤੋਂ ਵਾਪਸ ਤਲਵੰਡੀ ਆਏ। ਮਾਂ ਮਿਲੀ ਆਪਣੀ ਧੀ ਨੂੰ, ਪਿਤਾ ਮਿਲਿਆ, ਬੜੇ ਪ੍ਰਸੰਨ ਹੋਏ। ਹੁਣ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਰਾਏ ਭੋਜ ਦੀ ਤਲਵੰਡੀ ਰਹਿ ਰਹੇ ਨੇ। ਇੱਕ ਦਿਨ ਕੀ ਹੋਇਆ, ਮੌਜ ਦੇ ਮਾਲਕ ਨਗਰ ਤੋਂ ਬਾਹਰ ਪਹੁੰਚੇ, ਜਾਨੀ ਪਿੰਡ ਤੋਂ ਬਾਹਰ। ਉੱਥੇ ਇੱਕ ਮਹਾਤਮਾ ਸਾਧੂ ਬੈਠਾ ਸੀ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ, ਉਹ ਸਾਧੂ ਨੂੰ ਵੇਖ ਕੇ, ਜਿਵੇਂ ਇੱਕ ਦੁਨਿਆਵੀ ਕਹਿ ਲਵੋ ਬਈ ਇਹ ਇੱਕ ਰੀਤੀ ਆ ਵੀ ਚੋਰ ਨੂੰ ਵੇਖ ਕੇ ਚੋਰ ਨੂੰ ਚਾਹ ਚੜ ਜਾਂਦਾ, ਸ਼ਰਾਬੀ ਨੂੰ ਵੇਖ ਕੇ ਸ਼ਰਾਬੀ ਨੂੰ ਚਾਹ ਚੜ ਜਾਂਦਾ ਵੀ ਅੱਜ ਚੰਗੀ ਮਹਿਫਲ ਲੱਗੇਗੀ, ਇਕੱਠੇ ਬੈਠਾਂਗੇ, ਬੈਠ ਕੇ ਸ਼ਰਾਬ ਕਬਾਬ ਚੱਲੇਗੀ। ਇਹੀ ਗੱਲ ਹੈ ਨਾ, ਜਵਾਰੀਏ ਨੂੰ ਦੇਖ ਕੇ ਜਵਾਰੀਏ ਨੂੰ ਚਾਹ ਚੜ ਜਾਂਦਾ ਵੀ ਕੋਈ ਪੱਤਾ ਪਾਵਾਂਗੇ, ਅਮਲੀ ਨੂੰ ਦੇਖ ਕੇ ਅਮਲੀ ਨੂੰ ਚਾਹ ਚੜ ਜਾਂਦਾ, ਚੁਗਲੀ ਕਰਨ ਵਾਲੇ ਨੂੰ ਦੇਖ ਕੇ, ਨਿੰਦਿਆ ਕਰਨ ਵਾਲੇ ਨੂੰ ਦੇਖ ਕੇ, ਨਿੰਦਿਆ ਚੁਗਲੀ ਵਾਲੇ ਨੂੰ ਚਾਹ ਚੜ ਜਾਂਦਾ ਵੀ ਬੈਠ ਕੇ ਕੋਈ 4 ਇੱਧਰ ਲੀਆਂ ਕੋਈ 4 ਉੱਧਰ ਲੀਆਂ ਸੁੱਟਾਂਗੇ। ਰੱਬ ਦੇ ਪਿਆਰੇ ਨੂੰ ਜਦੋਂ ਰੱਬ ਦਾ ਪਿਆਰਾ ਦਿਸਦਾ ਨਾ, ਉਹਨੂੰ ਚਾਹ ਚੜ ਜਾਂਦਾ ਹੈ, ਕਿਉਂਕਿ ਗੁਰਮੁਖ ਪਿਆਰੇ ਮਿਲੇ ਹਨ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਸਾਡੜੇ ਸੀ। ਜਿਨ੍ਹਾਂ ਨੂੰ ਮਿਲਦੇ ਆ ਮਾੜੀ ਮੱਤ ਦੂਰ ਹੋ ਜਾਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ। ਮਹਾਰਾਜ ਉਹਨਾਂ ਪਿਆਰਿਆਂ ਨੂੰ ਮਿਲੀ, ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਾਈ। ਉਹ ਰੱਬ ਦੇ ਪਿਆਰਿਆਂ ਗੁਰਮੁਖ ਸਾਧੂਆਂ ਦੀ ਸੰਗਤ ਕਰਵਾਈ, ਜਿਨ੍ਹਾਂ ਨੂੰ ਮਿਲਦਿਆਂ ਮੇਰੇ ਮਨ ਦੇ ਵਿੱਚੋਂ ਜਿਹੜੀ ਮੇਰੀ ਮਨ ਦੀ ਮੈਲ ਆ, ਮੇਰੇ ਵਿਕਾਰ ਆ, ਉਹ ਦੂਰ ਹੋ ਜਾਣ। ਯਾਦ ਰੱਖਿਓ, ਜਦੋਂ ਕਿ ਰੱਬ ਦਾ ਪਿਆਰਾ ਪੁੱਜੀ ਹੋਈ ਰੂਹ ਸਾਧੂ ਮਹਾਤਮਾ ਤੁਰਿਆ ਜਾਂਦਾ, ਚਾਹੇ ਕਿੱਡਾ ਹੀ ਨਸ਼ਈ ਬੰਦਾ ਹੋਵੇ, ਕਿੱਡਾ ਹੀ ਵਿਕਾਰੀ ਬੰਦਾ ਹੋਵੇ, ਆਪਣਾ ਹੱਥ ਜੁੜ ਜਾਂਦਾ। ਇੱਕ ਵਾਰੀ ਆਪਾਂ ਸੀਸ ਝੁਕਾ ਕੇ ਉਹਨੂੰ ਫਤਿਹ ਬੁਲਾਉਣੀ ਆ, ਕਿਉਂਕਿ ਉਹਦੇ ਕੋਲੋਂ ਉਹ ਨਾਮ ਦੀ ਸੁਗੰਧੀ, ਨਾਮ ਦੀਆਂ ਵਿਚਾਰਾਂ ਆਉਂਦੀਆਂ।
ਚਾ ਚੜਿਆ ਬ੍ਰਹਿਮੰਡ ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਦੀਨਾ ਬੰਧੂ ਨੂੰ। ਜਾ ਮਹਾਤਮਾ ਕੋਲੇ ਬੈਠੇ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। ਮਹਾਤਮਾ ਨੇ ਪੁੱਛਿਆ, ਕਹਿਣ ਲੱਗਾ ਬੱਚਿਆ ਨਾਮ ਕੀ ਆ? ਗੁਰੂ ਨਾਨਕ ਕਹਿਣ ਲੱਗੇ ਨਾਨਕ ਨਿਰੰਕਾਰੀ। ਥੋੜਾ ਜੱਸਿਆ, ਕਹਿਣ ਲੱਗਾ ਆਪ ਹੀ ਨਾਨਕ ਨਿਰੰਕਾਰੀ। ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਪਤਾ ਕਿਵੇਂ ਲੱਗੇ? ਗੁਰੂ ਨਾਨਕ ਨੇ ਕਹਿਣ ਲੱਗੇ ਸਿਉਣੇ ਦੀ ਮੁੰਦਰੀ ਪਾਈ ਸੀ, ਮਾਪਿਆਂ ਨੇ ਪਾਈ ਹੋਣੀ ਆ। ਮਹਾਰਾਜ ਨੇ ਉਹ ਮੁੰਦਰੀ ਲਾਈ ਤੇ ਇੱਕ ਗੜਵਾ ਸੀ ਆਪਣੇ ਹੱਥ ਵਿੱਚ। ਕਹਿੰਦੇ ਆ ਲੈ। ਉਹ ਸਾਧੂ ਕਹਿੰਦਾ ਮੈਨੂੰ ਇਹਨਾਂ ਦੀ ਕੀ ਲੋੜ ਆ, ਅਸੀਂ ਇਹ ਤੋਂ ਕੀ ਕਰਾਉਣਾ? ਤੇ ਗੁਰੂ ਨਾਨਕ ਵੀ ਕਹਿਣ ਲੱਗੇ, ਕਹਿੰਦੇ ਜਿਹੜੀ ਚੀਜ਼ ਇੱਕ ਵਾਰੀ ਅਸੀਂ ਦੇ ਦਈਏ ਵਾਪਸ ਨਹੀਂ ਲੈਂਦੇ, ਕਿਉਂਕਿ ਦਾਤਾ ਸੀ, ਦਾਨੀ ਸੀ, ਬ੍ਰਹਿਮੰਡ ਦਾ ਮਾਲਕ। ਕਲਗੀਧਰ ਪਾਤਸ਼ਾਹ ਦੇ ਬਚਨਾਂ ਨਾ, ਦੁੱਖਣ ਦੇਖਤ ਹੈ ਪਰ ਦੇਤ ਨਾ ਹਾਰੈ। ਸਾਡੇ ਦੁੱਖ ਦੇਖਦਾ, ਸਾਡੇ ਬੁਰੇ ਕਰਮ ਦੇਖਦਾ, ਸਾਡੇ ਭੈੜੇ ਕਰਮ ਦੇਖਦਾ, ਸਾਡੀਆਂ ਬੁਰਾਈਆਂ ਦੇਖਦਾ। ਅਸੀਂ ਵਕਾਰੀ ਆ, ਪਰ ਫਿਰ ਵੀ ਦੇਈ ਜਾਂਦਾ, ਫਿਰ ਦੇ ਕੇ ਲੇਖਾ ਨਹੀਂ ਮੰਗਦਾ। ਸੰਸਾਰ ਦਾ ਕੋਈ ਵੀ ਬੰਦਾ, ਕੋਈ ਵੀ ਅਮੀਰ ਤੋਂ ਅਮੀਰ, ਛੋਟੇ ਤੋਂ ਛੋਟਾ, ਇੱਕ ਵਾਰੀ ਦੇ ਦਿੱਤਾ ਜ਼ਰੂਰ ਲੇਖਾ ਮੰਗੇਗਾ। ਲੇਖਾ ਨਹੀਂ ਲੋਕਾਂ ਕੋਲ ਦੱਸੇਗਾ, ਲੋਕਾਂ ਕੋਲ ਨਹੀਂ। ਮਨ ਵਿੱਚ ਹੰਕਾਰ ਆ ਜਾਂਦਾ ਕਿ ਮੈਂ ਦਿੱਤਾ। ਨਾਨਕ ਨਿਰੰਕਾਰੀ ਨੇ ਕਾਹਦਾ ਲੇਖਾ? ਹਜੂਰ ਕਹਿਣ ਲੱਗੇ ਮਹਾਤਮਾ ਜੀ ਜੋ ਦੇਤਾ ਹੁਣ ਨਹੀਂ, ਵਾਪਸ ਨਹੀਂ। ਮਹਾਤਮਾ ਕਹਿਣ ਲੱਗਾ ਵਾਕਈ ਨਾਨਕ ਨਿਰੰਕਾਰੀ ਆ। ਇਹ ਕਹਿ ਕੇ ਮਹਾਤਮਾ ਨਗਰੀ ਵਸਦੀ ਭਲੀ ਤੇ ਸਾਧੂ ਚਲਦੇ ਭਲੇ ਗੁਰੂ ਨਾਨਕ ਘਰ ਆਏ। ਦਰਵਾਜ਼ੇ ਤੇ ਰੁਕ ਗਏ, ਸੋਚਣ ਲੱਗੇ ਵੀ ਮੁੰਦਰੀ ਤੇ ਗੜਵੀ ਪਿਤਾ ਜੀ ਫੇਰ ਡਾਂਟਣਗੇ, ਕੁੱਟਣਗੇ, ਮਾਰਨਗੇ। ਥੋੜਾ ਸਮਾਂ ਕਵੀ ਸੰਤੋਖ ਸਿੰਘ ਨੇ ਬੜੀ ਪਿਆਰਮਈ ਰਸ ਵਾਲੀ ਕਥਾ ਲਿਖੀ ਆ। ਮਹਾਰਾਜ ਉੱਥੋਂ ਥੋੜਾ ਜਿਹਾ ਵਾਪਸ ਹੋ ਕੇ ਨਾ ਆਪਣੇ ਮਿੱਤਰਾਂ ਕੋਲੇ, ਸੱਜਣਾ ਕੋਲੇ ਚਲੇ ਗਏ। ਥੋੜਾ ਜਿਹਾ ਲੇਟ ਘਰ ਵੜੇ। ਮਾਂ ਨੇ ਪੁੱਛਿਆ ਨਾਨਕ ਕਿੱਥੇ ਗਿਆ ਸੀ? ਬਸ ਮਾਤਾ ਜੀ ਇੱਥੇ ਹੀ। ਨਿਗਾਹ ਗਈ ਤੇਰੀ ਮੁੰਦਰੀ ਤੇ ਗੜਵਾ ਕਿੱਥੇ ਆ? ਬਸ ਮਾਤਾ ਜੀ। ਬਸ ਕੀ ਦੱਸ ਤੇਰਾ ਪਿਤਾ? ਬਾਬਾ ਮਹਿਤਾ ਕਲਿਆਣ ਦਾਸ ਵੀ ਆ ਗਏ। ਕਿੱਥੇ ਆ ਮੁੰਦਰੀ? ਚੁੱਪ। ਹੱਦ ਹੋ ਗਈ। ਇੱਕ ਤੇ ਘਰ ਦੀ ਚੀਜ਼ ਉਹ ਲਿਆਉਂਦਾ ਨਹੀਂ, ਇੱਕ ਉੱਤੋਂ ਜਵਾਬ ਨਹੀਂ ਦਿੰਦਾ। ਕਹਿਣ ਲੱਗੇ ਬਾਬਾ ਮਹਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਕੋਲੇ ਫਿਰ ਰਾਜਨ ਦੇ ਇੱਕ ਮੁੰਦਰੀ ਸੀ, ਇੱਕ ਗੜਵਾ ਸੀ। ਪਤਾ ਨਹੀਂ ਬਾਹਰ ਕਿਹਨੂੰ ਦੇ ਆਏ। ਫੱਕਰਾਂ ਨਾਲ ਯਾਰੀ ਆ, ਪੀਰਾਂ ਨਾਲ ਯਾਰੀ ਆ, ਸਾਧੂਆਂ ਨਾਲ ਯਾਰੀ ਆ, ਮਹਾਤਮਾ ਲੋਕ ਆ ਉਹਨਾਂ ਨਾਲ ਯਾਰੀ ਆ। ਮੈਨੂੰ ਤਾਂ ਲੱਗਦਾ ਵੀ ਇਹਨੇ ਕਾਹਦਾ ਕੰਮਕਾਰ ਕਰਨਾ, ਇਹਨੇ ਸਾਧ ਹੀ ਬਣ ਜਾਣਾ। ਜਿਵੇਂ ਆਪਾਂ ਵੀ ਅੱਜ ਦੇ ਸਮੇਂ ਵਿੱਚ ਕਹਿ ਦਿੰਨੇ ਆ ਇਹਨੇ ਕੀ ਕੰਮਕਾਰ ਕਰਨਾ, ਇਹਨੇ ਤਾਂ ਸਾਧ ਹੀ ਬਣਨਾ। ਸਾਧੂ ਬਣਨਾ ਬੜਾ ਔਖਾ ਹੈ, ਪਖੰਡੀ ਬਣਨਾ ਸੌਖਾ, ਸਾਧੂ ਨਹੀਂ ਬਣਿਆ ਜਾਂਦਾ। ਕਲਗੀਧਰ ਪਾਤਸ਼ਾਹ ਦੇ ਬਚਨ ਆ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਕੋ ਕਰਮ ਕਰਮ ਜਗ ਮੈਂ ਜੇ ਕਰਹੀ, ਨਾਮ ਅਸੁਰ ਤਿਨ ਕੋ ਸਭ ਤਰਹੀ। ਸਾਧ ਕਰਮ ਸਤ ਸੰਤੋਖ ਦਇਆ ਧਰਮ ਵਿਵੇਕ, ਸ਼ੁਭ ਗੁਣਾਂ ਦਾ ਧਾਰਨੀ ਹੋਣਾ ਬੜਾ ਔਖਾ। ਸਾਧੂ ਕੀ ਇਦਾਂ ਗੱਲਾਂ ਨਾਲ ਥੋੜੀ। ਨਗਰ ਨਗਰ ਦੇ ਵਿੱਚ ਸਾਧੂ ਨਹੀਂ ਮਿਲਦੇ ਹੈਗੇ। ਸਾਰ ਕਿਤਾਬਲੀ ਵਿੱਚ ਬਚਨ ਆਉਂਦਾ, ਉਹ ਕਹਿੰਦਾ ਨਗਰ ਨਗਰ ਵਿੱਚ ਸਾਧੂ ਨਹੀਂ, ਹਰੇਕ ਹਾਥੀ ਦੇ ਮੱਥੇ ਵਿੱਚ ਮੋਤੀ ਨਹੀਂ ਮਿਲਦਾ। ਹਰੇਕ ਜੰਗਲ ਦੇ ਵਿੱਚ ਆ ਜਿਹੜਾ ਚੰਦਨ ਦਾ ਦਰਖਤ ਹੁੰਦਾ ਇਹ ਨਹੀਂ ਮਿਲਦਾਗਾ। ਨਗਰ ਨਗਰ ਵਿੱਚ ਸਾਧੂ ਨਹੀਂ। ਬਾਬਾ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਵੀ ਪੀਰਾਂ ਤੇ ਫੱਕਰਾਂ ਨਾਲ ਦੀ ਯਾਰੀ ਆ। ਮੁੰਦਰੀ ਵੀ ਗਵਾਹ ਆਇਆ। ਬਾਬਾ ਮਹਿਤਾ ਕਲਿਆਣ ਦੀ ਜਿਹਦੇ ਪਾਸੋਂ ਸੁਣ ਕੇ ਬਾਬਾ ਰਾਏ ਬੁਲਾਰ ਕਹਿਣ ਲੱਗਾ ਦੇਖ ਕਲਿਆਣ ਦਾਸ ਜੀ ਤੈਨੂੰ ਅਸੀਂ ਦੇ ਦੇਵਾਂ। ਗੱਲ ਦੇਣ ਦੀ ਨਹੀਂ ਰਾਜਨ ਜੀ, ਵੀ ਕੁਝ ਰਾਏ ਬੁਲਾਰ ਨੇ ਸੋਚਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਨਾਨਕ ਨਿਰੰਕਾਰੀ ਆਪਣੇ ਪਿਤਾ ਜੀ ਦੇ ਨਾਲ ਨਾ ਰਵੇ ਤੇ ਇਹ ਲੜਾਈ ਝਗੜਾ ਜਿਹੜਾ ਇਹ
क्योंकि माया पाई सी गुरु नानक ने पिता जी के उपर भी ये मुक जावे। इन्हां दिनां दे विच ही सत्कारयोग बाबा जय राम जी अपनी धर्म सुपत्नी साडे बेबे नानकी जी नूं उन्हां नूं लैण आए, लैके वापस चले गए। गुरु नानक कुछ समा रहे ते कहंदे राय बुलार ने चिट्ठी पाई बाबा जय राम नूं भी तुसीं इन्हां नूं इत्थों सुल्तानपुर लोधी लै जाओ, उत्थे रह के कार विहार करनगे, कोई कार विहार देखदे हो। नानक निरंकारी इन्हां दे पिता जी निक्की निक्की गल तो गुस्से हुंदे आ ते इधर ही चलो शादी दा विआह दा जिहड़ा कारज आ ओह हो जावेगा। कहन लगे ठीक है। थोड़ा समा लंघिया ते गुरु नानक देव महाराज जी ने भाई बाले दे समेत तैयारी कर ली। राय भोज की तलवंडी तो वापस सीधा सुल्तानपुर लोधी आए, भैन नूं मिले ते दूजी बार आ रहे हैं। भैन नूं चाह चढ़ गया। कुछ दिन 1 2 4 दिन बतीत कीते ते नानक निरंकारी गुरु नानक देव महाराज ब्रह्मंड दे मालक आप ही कहन लगे, कहंदे देखो भैया जी जय राम, क्योंकि बाबा जय राम जवाई सी, बाबा जय राम जी साडे लिए कोई कम कार? कहंदे हाँ। बेबे नानकी ने ते बाबा जय राम जी ने सलाह मशवरा किया, क्यों ना होवे भी आपां दौलत खां जिहड़ा नवाब आ इत्थों दा, उहदी मोदी दी कार आ जिहड़ी मोदी खाना, ते उहदे विच गुरु नानक देव महाराज नूं ला दईए। रब्बी अवतार है गुरु नानक देव महाराज, कार विहार भी चलेगा, रुजगार भी चलेगा, क्योंकि रुजगार दे लई माया दी भी लोड़ आ। सलाह करके दोवां ने कहन लगे ठीक है भी मैं कल नूं जाके सवेरे पुछ लवांगा। दिन चढ़िया, गुरु नानक देव महाराज उठ के उही रब दी बंदगी, नाम जपना, अकाल दी पूजा करनी, परमात्मा दी आराधना। सवेरे दिन चढ़द्या ही सत्कारयोग बाबा जय राम जी दौलत खां कोले गए, सारी गल समझाई कि मेरी घरवाली बेबे नानकी जी, उन्हां दा भराता नानक निरंकारी, उन्हां नूं काम दे उपर रख लवो। कहंदे ठीक आ। मोदी दी कार जिहड़ी सी ना, उह संभाल दित्ती। इतिहास इस गल दे विच हामी भरदा कि जिस वेले मोदी दी कार गुरु नानक देव महाराज जी नूं दित्ती ना दौलत खां नवाब ने, उस वेले 1000 रुपया, एक नवीं पोशाक ते 1 सिरपाओ ये गुरु नानक नूं दित्ता। गुरु नानक देव महाराज ते भाई बाला जी मोदी दी कार संभालण लग पे। नानक निरंकारी कोले जो आवे ते गुरु नानक देव महाराज तोल दे 1 2 4 7 9 11 13 ही 13 13 13 13 13 करके तोली जाते, 13 13 करके तोली जाते। दीना बंधु सी ना, ब्रह्मंड दे मालिक सीगे। 13 13 करके तोलिया ते पता लग गया सुल्तानपुर लोधी दे विच भी एक नानक नाम दा, क्योंकि उन्हां समयां विच कईयां ने मनुख किया, कईयां ने इंसान किया, कईयां ने गुरु किया। गुरु साहब ने अपनी कलम दे नाल लिखिया, कईयां ने भूतना भी किया, बेताला भी किया। जानी उन्हां समयां दे विच भी इदां दे लोग, क्योंकि बिरती जिहड़ी आ ना, गुरु नानक ने जपजी साहब दे विच खुद लिखिया, असंख नाव असंख थाव, असंख जप असंख भाओ, असंख पूजा असंख तप ताओ। यानी असंख जप तप करन वाले आ जिथे, उत्थे असंख मूर्ख अंध घोर, मूर्ख भी आ, अज्ञानी भी आ, बेअकले भी आ, बेबुद्धि भी आ।
ਔਰ ਜਦੋਂ ਦੀ ਇਹ ਦੁਨੀਆ ਬਣੀ ਅਨਾਦ, ਅਨਾਦ ਮੈਂ ਤਾਂ ਕਿਹਾ ਵੀ ਪਤਾ ਨਹੀਂ ਕਦੋਂ ਕਦੀ ਬਣੀ ਆ, ਜਦੋਂ ਦੀ ਇਹ ਸ੍ਰਿਸ਼ਟੀ ਆਈ ਉਦੋਂ ਤੋਂ ਲੈ ਕੇ ਔਰ ਜਦੋਂ ਤੱਕ ਇਹ ਰਹਿਣੀ ਆ, ਕਦੋਂ ਰਹਿਣੀ ਆ ਰੱਬ ਜਾਣੇ, ਇਹ ਚੱਲਦਾ ਹੀ ਰਹਿਣਾ। ਯਾਦ ਰੱਖਿਓ, ਸੱਚ ਦੇ ਨਾਲ ਝੂਠ ਚੱਲਦਾ ਹੀ ਰਹਿਣਾ, ਇਹ ਖਤਮ ਨਹੀਂ ਹੋਣਾ। ਰੱਬ ਦੇ ਪਿਆਰੇ ਵੀ ਆਈ ਜਾਣੇ ਆ, ਪਰ ਅੰਤ ਨੂੰ ਕੂੜ ਨਕੁੱਟਾ ਨਾਨਕਾ ਓੜਕ ਸੱਚ ਰਹੀ। ਸੱਚੇ ਬੰਦੇ ਦੀ ਜੈ ਜੈਕਾਰ ਹੁੰਦੀ ਆ, ਸੱਚ ਸਾਹਮਣੇ ਸਮਾਂ ਪਾ ਕੇ ਆ ਜਾਂਦਾ ਹੈ। ਇਸ ਕਰਕੇ ਸੱਚ ਤੇ ਪਹਿਰਾ ਦਿਓ, ਨਾ ਦੇਵੋਗੇ ਤੇ ਕਰਮੀ ਆਪੋ ਆਪਣੀ, ਫਿਰ ਕਰਮਾਂ ਦੇ ਨਾਲ ਮਾਰ ਝੱਲਣੀ ਪੈਂਦੀ ਆ। ਕਬੀਰ ਜਮ ਕਾ ਠੈਂਗਾ ਬੁਰਾ ਹੈ। ਗੁਰੂ ਨਾਨਕ ਨਿਰੰਕਾਰੀ ਨੂੰ ਕਿਸੇ ਨੇ ਮਨੁੱਖ ਕਿਹਾ, ਕਿਸੇ ਨੇ ਕਿਹਾ ਵੀ ਨਾਨਕ ਨਿਰੰਕਾਰੀ ਆ, ਕਿਸੇ ਨੇ ਕਿਹਾ ਰੱਬ ਦਾ ਅਵਤਾਰ, ਰੱਬ ਦਾ ਪੁਰਸ਼, ਰੱਬ ਦਾ ਬੰਦਾ। ਜਦੋਂ ਕੋਈ ਜਾਂਦਾ ਸੌਦਾ ਲੈਣ ਦੇ ਲਈ ਬਸ ਇੱਕ ਤੋਂ ਸ਼ੁਰੂ ਕਰਦਾ, ਕਹਿੰਦਾ 2 4 ਤੋਂ ਅੱਗੇ ਗਿਣਤੀ ਕਰਦਾ, 13 ਤੇ ਆ ਕੇ ਰੁਕ ਜਾਂਦਾ। 13 ਹੀ 13, 13 ਹੀ 13, 13 ਹੀ 13 ਹੀ ਆ, ਮੇਰਾ ਨਹੀਂ। ਯਾਦ ਰੱਖਿਓ, ਜਿੰਨਾ ਚਿਰ ਮੇਰਾ ਉਹਨਾਂ ਚਿਰ ਤ੍ਰਿਸ਼ਨਾ, ਜਿੰਨਾ ਜਦੋਂ 13 13 ਹੋ ਗਈ ਉਦੋਂ ਸੰਤੋਖ ਆ ਗਿਆ। ਤੇ ਜਿੰਨਾ ਚਿਰ ਮੇਰਾ ਮੇਰਾ ਉਹਨਾਂ ਚਿਰ ਰਾਜੇ ਨਹੀਂ, ਜਦੋਂ 13 13 ਆ ਗਈ ਉਦੋਂ ਰਾਜੇ ਬਣ ਗਏ ਆ। ਜਿੰਨਾ ਚਿਰ ਮੇਰਾ ਮੇਰਾ ਭਾਣਾ ਕਿੰਨੀ ਮਾਇਆ ਧਨ ਦੌਲਤ ਆ ਜੇ ਭਿਖਾਰੀ ਆ, ਜਦੋਂ 13 13 ਹੋ ਗਈ ਉਸ ਵੇਲੇ ਸਭ ਤੋਂ ਵੱਡੇ ਰਾਜੇ ਆ, ਚਾਹੇ ਝੁੱਗੀ ਵਿੱਚ ਵੀ ਕਿਉਂ ਨਾ ਬੈਠੇ। ਗੱਲ ਸਾਰੀ ਮੇਰੀ ਮੇਰੀ ਤੇ ਤੇਰੀ ਤੇਰੀ ਦੀ, ਮੈਂ ਮਾਰਦੀ ਆ ਤੂੰ ਤਾਰਦੀ ਆ। ਗੁਰੂ ਨਾਨਕ 13 13 ਕਰਕੇ ਤੋਲੀ ਜਾਂਦੇ ਆ। ਸਮਾਂ ਥੋੜਾ ਜਿਹਾ ਲੰਘਿਆ, ਇੱਧਰ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਕਹਿਣ ਲੱਗੇ ਵੀ ਮੈਂ ਆਪਣੇ ਬੱਚੇ ਨੂੰ ਮਿਲ ਕੇ ਆਵਾਂ। ਕੁਝ ਮੋਹ ਦੀਆਂ ਤੰਦਾਂ ਨੇ ਖਿੱਚ ਪਾਈ, ਕੁਝ ਮਾਂ ਨੇ ਕਿਹਾ ਵੀ ਜਾ ਕੇ ਪਤਾ ਤਾਂ ਲੈ ਕੇ ਆਵੋ। ਨਾਨਕ ਨਿਰੰਕਾਰੀ ਦਾ ਅੱਜ ਦਾ ਫੋਨ ਥੋੜੀ ਆ ਵੀ ਅੱਜ ਬੰਦ। ਤੁਰ ਪਏ ਬਾਬਾ ਮਹਿਤਾ ਕਲਿਆਣ ਦਾਸ ਜੀ। ਰਸਤੇ ਦੇ ਵਿੱਚ ਰਸਤੇ ਨੂੰ ਤੈਅ ਕਰਦੇ, ਪਿੰਡ ਨੂੰ ਤੈਅ ਕਰਦੇ ਸੁਲਤਾਨਪੁਰ ਪਹੁੰਚੇ ਤੇ ਸਾਹਮਣੇ ਦੇਖ ਲਿਆ ਸਤਿਕਾਰਯੋਗ ਬਾਬਾ ਬਾਲਾ ਜੀ। ਬਾਬਾ ਬਾਲਾ ਜੀ ਕਹਿਣ ਲੱਗੇ ਨਾਨਕ ਨਿਰੰਕਾਰੀ ਤੇਰੇ ਪਿਤਾ ਜੀ ਆ ਰਹੇ ਆ। ਗੁਰੂ ਨਾਨਕ ਨੂੰ ਚਾਅ ਚੜਿਆ, ਖੁਸ਼ੀ ਹੋਈ। ਆ ਕਿ ਇੱਕਦਮ ਮਿਲੇ, ਪਿਆਰੀ ਹੱਥ ਲਾਏ। ਪਿਤਾ ਨੇ ਗੁਲਵੱਕੜੀ ਵਿੱਚ ਲਿਆ, ਪੁੱਤ ਨੂੰ ਬੜਾ ਪਿਆਰ ਦਿੱਤਾ, ਮੱਥਾ ਚੁੰਮਿਆ, ਛਾਤੀ ਨਾਲ ਲਾਇਆ। ਭਾਈ ਬਾਲੇ ਨੂੰ ਛਾਤੀ ਨਾਲ ਲਾਇਆ। ਨਾਨਕ ਠੀਕ ਆ ਤੂੰ? ਭਾਈ ਬਾਲਿਆ ਠੀਕ ਆ, ਕਾਰ ਵਿਹਾਰ ਹਾਂਜੀ। ਘਰ ਚਲੇ ਗਏ, ਘਰ ਜਾ ਕੇ ਮਿਲੇ ਬੇਬੇ ਨਾਨਕੀ ਨੂੰ, ਬਾਬਾ ਜੈ ਰਾਮ ਜੀ ਨੂੰ। ਪ੍ਰਸੰਨਤਾ ਦੀਆਂ ਗੱਲਾਂ ਹੋਈਆਂ, ਜੋ ਆਓ ਭਗਤ ਜੀ ਆਇਆ, ਜੋ ਸੇਵਾ ਅਦ ਕਰਨੀ ਸੀ ਹੋਈ। ਫਿਰ ਪੁੱਛਿਆ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਵੀ ਕੋਈ ਕਿਵੇਂ ਕੰਮਕਾਰ ਚੱਲਦਾ? ਭਾਈ ਬਾਲਾ ਜੀ ਕਹਿਣ ਲੱਗਾ ਬਹੁਤ ਵਧੀਆ ਜੀ। ਭੈਣ ਵੀ ਕਹਿਣ ਲੱਗੀ ਪਿਤਾ ਜੀ ਨਾਨਕ ਨਿਰੰਕਾਰੀ ਹੈ, ਗੁਰੂ ਨਾਨਕ ਹੈ, ਬਸ 13 13 ਕਰਕੇ ਤੋਲੀ ਜਾਂਦੇ ਆ। ਬਾਬਾ ਜੈ ਰਾਮ ਕਹਿਣ ਲੱਗੇ ਧੰਨ ਆ ਇਹਨਾਂ ਦੀ ਵਡਿਆਈ, ਧੰਨ ਆ ਇਹਨਾਂ ਦੀ ਉਪਮਾ, ਧੰਨ ਆ ਇਹਨਾਂ ਦੀ ਮਹਿਮਾ। ਉਹ ਕਹਿਣ ਲੱਗੇ ਠੀਕ ਆ, ਪਰ ਕੁਝ ਪਿਤਾ ਜੀ ਕਹਿੰਦੇ ਕੁਝ ਮਾਇਆ ਮੂਇਆ ਜੋੜੀ ਕਿ ਨਹੀਂ? ਚੁੱਪ ਹੋ ਗਏ। ਹੁਣ ਜੋੜਨ ਦਾ ਕੰਮ ਸਾਧੂ ਕੋਲ ਕੀ, ਜੋੜਦਾ ਤੇ ਮੇਰੇ ਵਰਗਾ, ਜੋੜਦਾ ਤੁਹਾਡੇ ਵਰਗਾ। ਕਿਉਂ ਭਾਈ ਚੁੱਪ ਹੋ ਗਏ ਸਾਰੇ? ਕਹਿੰਦੇ ਗੁਰੂ ਨਾਨਕ ਦੇ ਪਿਤਾ ਜੀ ਥੋੜੇ ਜਿਹੇ ਫਿਰ ਤੱਤੇ ਹੋਏ ਵੀ ਕੁਝ ਜੋੜ ਲਾ। ਪਿਤਾ ਜੀ ਕਹਿਣ ਲੱਗੇ ਇਹ ਤੇਰੇ ਕੰਮ ਆਉਣੀ ਆ। ਗੁਰੂ ਨਾਨਕ ਕਹਿਣ ਲੱਗੇ ਇਹਨੇ ਸਾਰੇ ਛਲ ਕਰਕੇ ਜੱਗ ਨੂੰ ਠੱਗ ਲਿਆ। ਜਿਹੜਾ ਕਹਿੰਦਾ ਇਹ ਕੰਮ ਆਉਣੀ ਆ ਉਹੀ ਫਸਦਾ ਹੈ। ਚਲੋ ਸਮਾਂ ਲੰਘਿਆ ਥੋੜਾ ਜਿਹਾ ਤੇ ਬੀਬੇ ਨਾਨਕੀ ਨੇ ਪਿਤਾ ਜੀ ਨੂੰ ਸਮਝਾਇਆ ਕਿ ਪਿਤਾ ਜੀ ਦੇਖੋ ਤੁਸੀਂ ਗੁੱਸੇ ਨਾ ਹੋਵੋ। ਚਲੋ ਅੱਗੇ ਤੁਹਾਨੂੰ ਇਦਾਂ ਲੱਗਦਾ ਸੀ ਵੀ ਘਰ ਵਿੱਚੋਂ ਕੁਝ ਗਵਾਉਂਦੇ ਆ, ਹੁਣ ਬੇਬੇ ਨਾਨਕੀ ਜੀ ਕਹਿਣ ਲੱਗੇ ਵੀ ਕੁਝ ਗਵਾਉਂਦੇ ਤਾਂ ਨਹੀਂ ਨਾ, ਆਪਣੀ ਕਮਾਈ ਕਰਦੇ। ਆਪਣੀ ਕਮਾਈ ਕੀ ਪੁੱਤ ਧੀਏ, ਵਿਆਹ ਵੀ ਕੱਲ ਨੂੰ ਕਰਨਾ। ਜਦੋਂ ਵਿਆਹ ਦੀ ਗੱਲ ਚੱਲੀ ਬਾਬਾ ਜੈ ਰਾਮ ਜੀ ਕਹਿਣ ਲੱਗੇ ਮੈਂ ਪਤਾ ਕੀਤਾ ਇਹਨਾਂ ਦੇ ਰਿਸ਼ਤੇ ਦਾ। ਅੱਛਾ ਕਿੱਥੇ? ਕਹਿਣ ਲੱਗੇ ਬਟਾਲੇ ਦਾ ਰਹਿਣ ਵਾਲਾ ਹੈਗਾ, ਮੂਲਾ ਖੱਤਰੀ, ਤੇ ਉਹਨਾਂ ਦਾ ਜਿਹੜਾ ਕੰਮ ਆ ਨਾ ਪਿਤਾ ਜੀ ਤੁਹਾਡੇ ਵਾਂਗੂ ਉਹ ਵੀ ਪਟਵਾਰੀ ਆ, ਰੰਧਾਵਿਆਂ ਦੇ ਪਟਵਾਰੀ ਆ। ਪੱਖੋ ਕੀ ਪਿੰਡ ਰੰਧਾਵੇ ਕੇ ਉੱਥੇ
ਬਾਬਾ ਜੀ ਸਤਿਕਾਰਯੋਗ ਗੁਰੂ ਨਾਨਕ ਦੇਵ ਮਹਾਰਾਜ ਦੇ ਸਹੁਰਾ ਸਾਹਿਬ ਪਟਵਾਰੀ ਦੀ ਨੌਕਰੀ ਕਰਦੇ ਸੀ ਤੇ ਉਹਨਾਂ ਦੀ ਪੁੱਤਰੀ ਆ, ਜਵਾਨ ਹੋਈ ਆ, ਵਿਆਹਣ ਦੇ ਕਾਬਲ ਆ ਤੇ ਘਰ-ਬਾਰ ਬਹੁਤ ਚੰਗਾ। ਬਾਬਾ ਜੈ ਰਾਮ ਜੀ ਕਹਿਣ ਲੱਗੇ, ਕਹਿੰਦੇ ਦੇਖੋ ਜੇ ਤੁਹਾਡਾ ਹੁਕਮ ਹੋਵੇ, ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਸਹੁਰਾ ਸਾਹਿਬ ਸਨ ਬਾਬਾ ਜੈ ਰਾਮ ਜੀ ਦੇ ਪਿਤਾ ਜੀ, ਜੇ ਤੁਹਾਡਾ ਕਹਿਣ ਲੱਗੇ ਬਾਬਾ ਮਹਿਤਾ ਕਲਿਆਣ ਦਾਸ ਜੀ ਵੀ ਸਾਨੂੰ ਨਹੀਂ ਕੋਈ ਗੱਲ, ਹੁਣ ਵਿਆਹਣ ਦੀ ਉਮਰ ਹੈ ਵੀ ਤੁਸੀਂ ਦੇਖੋ ਇਹ ਗੱਲਾਂ ਚੱਲ ਪਈਆਂ। ਕਹਿੰਦੇ ਚਲੋ ਠੀਕ ਹੈ, ਪਰ ਅਸੀਂ ਦੇਖ ਕੇ ਤੁਹਾਨੂੰ ਦੱਸਾਂਗੇ। ਸਮਾਂ ਲੰਘਿਆ ਵੀ 2-4 ਦਿਨ ਰਹਿ ਕੇ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਵਾਪਸ ਆ ਗਏ ਨੇ ਸੁਲਤਾਨਪੁਰ ਲੋਧੀ। ਮਾਂ ਨੇ ਪੁੱਛਿਆ, ਕਹਿੰਦੇ ਬਹੁਤ ਚੰਗੀ ਗੱਲ ਆ, ਪਰ ਤੇਰਾ ਪੁੱਤਰ ਧਨ ਜੋੜਦਾ ਨਹੀਂ। ਮਾਂ ਵੀ ਕਹਿਣ ਲੱਗੀ ਨਾ ਜੋੜੇ ਖਸਮਾਂ ਨੂੰ ਖਾਵੇ, ਜਿਵੇਂ ਆਪਾਂ ਕਹਿ ਦਿੰਨੇ ਅੱਜ ਮਾਵਾਂ ਵੀ ਗਵਾਉਂਦਾ ਤਾਂ ਨਹੀਂ, ਕੰਮ ਕਰ ਤੇ ਠੀਕ ਆ, ਮੇਰੀ ਧੀ ਦਾ ਵੀ ਮੇਰੇ ਪੁੱਤ ਦਾ, ਹਾਂ ਕੰਮ ਕਰ ਬਹੁਤ ਹੈ, ਵਡਿਆਈ ਬਹੁਤ ਹੈ। ਇਹ ਗੱਲਾਂ ਪੁੱਛੀਆਂ ਗਈਆਂ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ 13-13 ਕਰਕੇ ਮੋਦੀ ਦੀ ਕਾਰ ਸੰਭਾਲੀ ਹੋਈ ਆ। 13-13 ਕਿਸੇ ਚੁਗਲਖੋਰ ਨੇ ਜਾ ਕੇ ਚੁਗਲੀ ਕਰ ਦਿੱਤੀ। ਬਾਬਾ ਜੈ ਰਾਮ ਜੀ ਕੋਲੇ ਜਾ ਕੇ ਕਿਹਾ ਵੀ ਤੂੰ, ਤੇਰੀ ਦੌਲਤ ਖਾਨ ਨਾਲ ਬੜੀ ਬਣਦੀ ਆ, ਬੜਾ ਪਿਆਰ ਆ ਤੁਹਾਡਾ, ਪਰ ਤੂੰ ਦੇਖਿਆ ਆਪਣੇ ਸਾਲਾ ਸਾਹਿਬ ਨੂੰ? ਬਾਬਾ ਜੈ ਰਾਮ ਕਹਿੰਦਾ ਵੀ ਉਹ ਕੀ, ਉਹ ਤੇ ਰੁਪਈਆ 13-13 ਕਰਕੇ ਕੱਲ ਨੂੰ ਹਿਸਾਬ ਕਿਤਾਬ ਦੇ ਵਿੱਚ ਘਾਟਾ ਵਾਧਾ ਹੋ ਗਿਆ, ਕਿੱਥੋਂ ਤੁਸੀਂ ਭਰੋਗੇ? ਚੁਗਲ ਦਾ ਕੰਮ ਆ, ਚੁਗਲੀ ਕਰਨੀ। ਉਹਨੇ ਜਾ ਚੁਗਲੀ ਕੀਤੀ। ਬਾਬਾ ਜੈ ਰਾਮ ਜੀ ਥੋੜਾ ਜਿਹਾ ਅਫਸੋਸ ਜੇ ਹੋ ਗਏ, ਕਿਉਂਕਿ ਪੂਰੀ ਸ਼ਰਧਾ ਜੋ ਸੀ ਉਹ ਬੇਬੇ ਨਾਨਕੀ ਦੀ ਸੀ ਤੇ ਜਾਂ ਰਾਏ ਬੁਲਾਰ ਦੀ, ਤੇ ਸ਼ਰਧਾ ਬਾਕੀ ਬਾਬਾ ਜੈ ਰਾਮ ਦੀ ਵੀ ਬਹੁਤ ਸੀ, ਪਰ ਕਿਤੇ ਨਾ ਕਿਤੇ ਮਨ ਵਿੱਚ ਤਾਂ ਖਿਆਲ ਆ ਗਿਆ। ਬੇਬੇ ਨਾਨਕੀ ਨੂੰ ਆਪਣੀ ਘਰਵਾਲੀ ਨੂੰ ਕਿਹਾ, ਨਾਨਕੀ ਭਗਵਾਨ ਨੇ ਕਿਤੇ ਸੱਚ ਤਾਂ ਨਹੀਂ? ਬੇਬੇ ਨਾਨਕੀ ਕਹਿਣ ਲੱਗੀ, ਨਹੀਂ ਤੂੰ ਭਰੋਸਾ ਰੱਖ, ਨਾਨਕ ਨਿਰੰਕਾਰੀ ਹੈ, ਪਰ ਜੇ ਤੇਰੇ ਮਨ ਵਿੱਚ ਫੇਰ ਵੀ ਸ਼ੰਕਾ ਨਾ ਤੇ ਆਪਾਂ ਤੁਲਸਾ ਨੂੰ ਸੱਦ ਕੇ, ਕਿਉਂਕਿ ਤੁਲਸਾ ਦਾਸੀ ਸੀਗੀ। ਗੁਰੂ ਨਾਨਕ ਦੇਵ ਮਹਾਰਾਜ ਇੱਕ ਦਿਨ ਆਰਾਮ ਕਰ ਰਹੇ ਸੀ ਤੇ ਮੁੱਖ ਵਿੱਚ ਮਨ ਵਿੱਚ ਆਇਆ ਵੀ ਇਹ ਨਿਰੰਕਾਰੀ ਆ। ਮੁੱਖ ਵਿੱਚ ਗੂਠਾ ਪਾ ਲਿਆ ਗੁਰੂ ਨਾਨਕ ਦੇਵ ਮਹਾਰਾਜ ਦਾ। ਜਦੋਂ ਦੇਖਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਮੋਢਾ ਲਾ ਕੇ ਕਿਸੇ ਗੁਰਸਿੱਖ ਦਾ ਜਹਾਜ਼ ਤਾਰ ਰਹੇ ਸੀਗੇ। ਇੱਕਦਮ ਫਿਰ ਮਹਾਰਾਜ ਨੇ ਕਿਹਾ, ਭਾਈ ਏਦਾਂ ਨਹੀਂ ਕਰੀਦਾ। ਉਦਾਸੀ ਸੀਗੀ। ਤੁਲਸਾ ਨੂੰ ਭੇਜਿਆ। ਤੁਲਸਾ ਨੇ ਜਾ ਕੇ ਆ ਕਹਿਣ ਲੱਗੇ ਵੀ ਤੁਹਾਨੂੰ, ਤੁਹਾਡੀ ਭੈਣ ਆ, ਤੁਹਾਡੇ ਗੁਰੂ ਨਾਨਕ ਤੇ ਅੰਤਰਜਾਮੀ ਸੀ, ਬਾਬਾ ਜੈ ਰਾਮ ਜੀ ਨੇ ਬੁਲਾਇਆ। ਮਹਾਰਾਜ ਉਸ ਵੇਲੇ ਕਹਿਣ ਲੱਗੇ, ਕਹਿੰਦੇ ਭਾਈ ਬਾਲਿਆ, ਕਿਸੇ ਨੇ ਚੁਗਲੀ ਕੀਤੀ ਆ। ਚਲੋ ਭੈਣ ਦਾ ਹੁਕਮ ਆ। ਇਤਿਹਾਸ ਦੱਸਦਾ, ਕਹਿੰਦੇ 2.5 ਸਿਰ ਪਤਾਸੇ ਉਸ ਵੇਲੇ ਦੁਕਾਨ ਤੋਂ ਲਏ। ਉਹਨਾਂ ਸਮਿਆਂ ਵਿੱਚ ਪਤਾਸੇ ਹੀ ਲੈਂਦੇ ਸੀ ਭਾਈ, ਲੱਡੂ ਲੈਂਦੇ ਸੀ ਜਾਂ ਪਤਾਸੇ ਆਦਿਕ, ਗੁੜ ਲੈ ਲੈਂਦੇ ਮਿੱਠਾ ਜਦੋਂ ਰਿਸ਼ਤੇਦਾਰੀ 'ਚ ਜਾਣਾ। ਅੱਜ ਦੇ ਜਿਹੜੇ ਬਾਹਲੇ ਆ ਗਏ ਆ ਜ਼ਮਾਨੇ ਵਾਲੇ ਵੀ, ਫਿਰ ਪਸੰਦ ਵੀ ਨਹੀਂ ਕੁਝ ਆਉਂਦਾ, ਮਠਿਆਈਆਂ ਲੈ ਜਾਓ ਜੀ, ਉਹ ਜੋ ਨੱਕ ਚਾੜਦੇ। ਤੇ ਬਾਹਲੀਆਂ ਫਾਰਮੈਲਿਟੀਆਂ ਜਿੰਨਾ ਕਰਿਆ ਕਰੋ। ਮੈਂ ਕਈ ਵਾਰ ਬੇਨਤੀ ਕੀਤੀ, ਥੋੜਾ ਬਾਲਾ ਫਰੂਟ ਲੈ ਕੇ ਠੀਕ ਆ, ਹਾਂ ਲਿਜਾਣਾ ਚਾਹੀਦਾ ਜ਼ਰੂਰ, ਭੈਣ ਕੋਲੇ ਜਾਂਦੇ ਆ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। 2.5 ਸਿਰ ਪਤਾਸੇ ਮਹਾਰਾਜ ਨੇ ਉਸ ਸਮੇਂ ਲਏ ਤੇ ਭਾਈ ਬਾਲੇ ਦੇ ਨਾਲ ਆ ਗਏ। ਗੁਰੂ ਸਾਹਿਬ ਤਾਂ ਅੰਤਰਜਾਮੀ ਸੀ। ਮਹਾਰਾਜ ਬੈਠ ਗਏ। ਹਾਂ ਭੈਣ, ਨਾਨਕ ਨਿਰੰਕਾਰੀ, ਮੈਨੂੰ ਤੇ ਕੋਈ ਸ਼ੱਕ ਨਹੀਂ, ਪਰ ਤੇਰਾ, ਹਾਂ ਭੈਣ ਮੈਂ ਜਾਣਦਾ ਕਿਸੇ ਨੇ ਚੁਗਲੀ ਕੀਤੀ ਆ, ਪਰ ਬਾਬਾ ਜੈ ਰਾਮ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੈ ਰਾਮ ਜੀ ਤੁਸੀਂ ਹੁਕਮ ਕਰੋ ਤੇ ਅਸੀਂ ਹਿਸਾਬ ਕਿਤਾਬ ਕਰ ਲੈਨੇ ਆ। ਬਾਬਾ ਜੈ ਰਾਮ ਜੀ ਬੜਾ ਖੁਸ਼ ਹੋਏ। ਹਿਸਾਬ ਕਿਤਾਬ ਕਰਨ ਦੇ ਲਈ ਉਸ ਵੇਲੇ ਦੌਲਤ ਖਾਨ ਨਵਾਬ ਦਾ ਜਿਹੜਾ ਮੁਨਸ਼ੀ ਸੀ, ਉਹਦਾ ਨਾਮ ਜਿਹੜਾ ਇਤਿਹਾਸ ਦੇ ਵਿੱਚ ਆਇਆ ਜਾਦੋ ਰਾਏ। ਜਾਦੋ ਰਾਏ ਮੁਨਸ਼ੀ ਦੇ ਕੋਲੇ ਕਿਸੇ ਨੇ ਚੁਗਲੀ ਕੀਤੀ ਸੀ। ਉਹ ਕਹਿੰਦਾ ਮੈਂ ਹਿਸਾਬ ਕਿਤਾਬ ਕਰਨਾ। ਹਿਸਾਬ ਕਿਤਾਬ ਕੀਤਾ। 3.5 ਮਹੀਨਿਆਂ ਦਾ ਹਿਸਾਬ ਕਿਤਾਬ ਜਿਹੜਾ ਸੀ ਨਾ, ਉਹ ਹੋਇਆ 3.5 ਮਹੀਨਿਆਂ ਦਾ।
ਉਸ ਹਿਸਾਬ ਕਿਤਾਬ ਦੇ ਵਿੱਚ 3.5 ਮਹੀਨਿਆਂ ਦੇ ਹਿਸਾਬ ਕਿਤਾਬ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਦੌਲਤ ਖਾਂ ਵੱਲ 135 ਰੁਪਏ ਵਧੇ। ਹੁਣ ਚੁਗਲਖੋਰ ਵੀ ਝੂਰਨ ਲੱਗ ਗਿਆ, ਮੁਨਸ਼ੀ ਵੀ ਕਹਿਣ ਲੱਗਾ ਵੀ ਹੈ। ਦੌਲਤ ਖਾਂ ਨੂੰ ਪਤਾ ਲੱਗਿਆ, ਬੜਾ ਪ੍ਰਸੰਨ ਹੋਇਆ। ਇਤਿਹਾਸ ਦੱਸਦਾ 1000 ਰੁਪਈਆ ਪਹਿਲਾਂ ਦਿੱਤਾ ਸੀ ਦੁਕਾਨ ਚਲਾਉਣ ਦੇ ਸਮੇਂ। ਜੇ ਦੂਜੀ ਵਾਰੀ ਹਿਸਾਬ ਹੋਇਆ 135 ਰੁਪਈਏ ਨਵਾਬ ਵੱਲ ਵਧੇ। 1700 ਰੁਪਈਆ ਫਿਰ ਨਵਾਬ ਨੇ ਕਿਹਾ, ਕਹਿਣ ਲੱਗਾ ਵੀ ਮੈਂ ਦਿੰਨਾ, ਸੌਦਾ ਪੱਤਾ ਲਿਆ ਕੇ ਤੇ ਹੋਰ ਚਲਾਓ। ਨਾਨਕ ਨਿਰੰਕਾਰੀ ਪਹਿਲੀ ਵਾਰ ਹਿਸਾਬ ਕਰਕੇ ਫਿਰ 13 ਕਰਕੇ ਤੋਲਣ ਲੱਗ ਪਿਆ। ਇਧਰ ਸਤਿਕਾਰਯੋਗ ਬਾਬਾ ਜੈ ਰਾਮ ਜੀ ਨੇ, ਨਿੱਧਾ ਬ੍ਰਾਹਮਣ ਰਹਿੰਦਾ ਸੀਗਾ ਸੁਲਤਾਨਪੁਰ ਦੇ ਵਿੱਚ, ਇੱਕ ਲਾਗੀ ਤੇ ਨਿੱਧੇ ਬ੍ਰਾਹਮਣ ਨੂੰ ਭੇਜਿਆ ਬਟਾਲੇ ਵਿੱਚ ਬਾਬਾ ਮੂਲ ਚੰਦ ਜੀ ਕੋਲੇ। ਬਾਬਾ ਮੂਲਾ ਖੱਤਰੀ ਜੀ, ਮੂਲ ਚੰਦ ਨਾਮ ਆਉਂਦਾ। ਚੰਦੋ ਰਾਣੀ ਇਹਨਾਂ ਦੀ ਧਰਮ ਸੁਪਤਨੀ ਸੀ, ਮਾਤਾ ਸੁਲੱਖਣੀ ਜੀ ਦੀ ਮਾਂ, ਗੁਰੂ ਨਾਨਕ ਦੇਵ ਮਹਾਰਾਜ ਦੀ ਸੱਸ। ਵਿਆਹ ਦੀ ਡੇਟ ਤੋਂ ਪਹਿਲਾਂ ਕਹਿਣ ਲੱਗੇ ਵੀ ਆਪਾਂ ਪਹਿਲਾਂ ਜਿਹੜਾ ਆਪਾਂ ਦੇ ਅੱਜ ਦੇ ਸਮੇਂ ਦੇ ਵਿੱਚ ਕਹਿ ਦਿੰਦੇ ਆ ਵੀ ਸ਼ਗਨ ਆਦਿਕ ਦੇਖਾ ਦਿਖਾਈ ਜਿਹੜੀ ਆ ਵੀ ਉਹ ਕਰ ਲਈਏ। ਸ਼ਗਨ ਦੀ ਡੇਟ ਪੱਕੀ ਕੀਤੀ ਗਈ। ਇੱਧਰ ਖਬਰ ਪਹੁੰਚਾਈ ਗਈ ਵੀ ਸੁਲਤਾਨਪੁਰ ਦੇ ਵਿੱਚ ਆਪਾਂ ਰੱਖ ਲੈਨੇ ਆ। ਸੁਲਤਾਨਪੁਰ ਦੇ ਵਿੱਚ ਜਿਵੇਂ ਅੱਜ ਦੇ ਸਮੇਂ ਵਿੱਚ ਆਪਾਂ ਕਹਿ ਦਿੰਨੇ ਆ ਵੀ ਮੁੰਡੇ ਨੂੰ ਦੇਖਣ ਆਉਣਾ। ਗੁਰੂ ਨਾਨਕ ਨੂੰ ਇਧਰੋਂ ਸਾਰੇ ਜੋ ਸੀਗਾ ਰਿਸ਼ਤੇਦਾਰ, ਬਾਬਾ ਮੂਲ ਚੰਦ ਜੀ ਦਾ ਭਰਪਾ ਭਾਈਚਾਰਾ, ਉਹ ਬਟਾਲੇ ਤੋਂ ਚੱਲ ਕੇ ਤੇ ਇਧਰ ਸੁਲਤਾਨਪੁਰ ਆਏ। ਤੇ ਇਧਰੋਂ ਰਾਏ ਭੋਜ ਦੀ ਤਲਵੰਡੀ ਤੋਂ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ, ਬਾਬਾ ਲਾਲੂ ਜੀ, ਮਾਤਾ ਤ੍ਰਿਪਤਾ ਜੀ, ਚਾਚੀ ਜੀ, ਜੋ ਰਿਸ਼ਤੇਦਾਰ ਭਾਈਚਾਰ ਸੀ, ਉਹ ਸਾਰਾ ਇਕੱਠਾ ਹੋਇਆ। ਤੇ ਇਤਿਹਾਸ ਦੱਸਦਾ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਨੀ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਮਾਤਾ ਭਰਾਈ ਜੀ, ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਨਾ ਜੀ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਬਾਬਾ ਰਾਮਾ ਜੀ, ਔਰ ਗੁਰੂ ਨਾਨਕ ਦੇਵ ਮਹਾਰਾਜ ਦੇ ਮਾਮਾ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਬਾਬਾ ਕ੍ਰਿਸ਼ਨਾ ਜੀ। ਇਹ ਨਾਨਕਾ ਟੱਬਰ ਵੀ ਆਇਆ, ਤਿਆਰ ਹੋ ਕੇ ਸੁਲਤਾਨਪੁਰ ਚਲੇ ਗਏ। ਦੋਵੇਂ ਪਰਿਵਾਰ ਆਪਸ ਵਿੱਚ ਮਿਲੇ, ਵਿਆਹ ਦੀ ਗੱਲ ਚੱਲੀ। 1 ਸਾਲ ਬਾਅਦ ਵਿਆਹ ਦੀ ਡੇਟ ਰੱਖੀ ਗਈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਬਈ ਸ਼ਗਨ ਪਿਆ, ਸਾਰੇ ਖੁਸ਼ ਹੋਏ। ਤੇ ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਰਿਸ਼ਤਾ ਪੱਕਾ ਹੋਇਆ ਨਾ ਸੁਲਤਾਨਪੁਰ ਦੇ ਵਿੱਚ, ਤੇ ਇਧਰੋਂ ਰਾਏ ਭੋਜ ਦੀ ਤਲਵੰਡੀ ਤੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ ਸਾਰਾ ਗਿਆ। ਉਸ ਸਮੇਂ ਭਾਈ ਮਰਦਾਨਾ ਪਹਿਲੀ ਵਾਰ ਰਾਏ ਭੋਜ ਦੀ ਤਲਵੰਡੀ ਤੋਂ ਸੁਲਤਾਨਪੁਰ ਜਾ ਕੇ ਗੁਰੂ ਨਾਨਕ ਨੂੰ ਮਿਲ ਰਿਹਾ। ਤੇ ਜਦੋਂ ਸਗਾਈ ਪੱਕੀ ਹੋ ਗਈ, ਰਿਸ਼ਤਾ ਪੱਕਾ ਹੋ ਗਿਆ, ਭਾਈ ਮਰਦਾਨੇ ਨੇ ਜਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਫੜੇ, ਕਹਿਣ ਲੱਗਾ ਜਜਮਾਨ ਸਰਦਾਰ ਜੀ, ਮਹਾਪੁਰਸ਼ੋ, ਤਤ ਬੀਤਿਓ, ਤੁਹਾਡੀ ਵਡਿਆਈ ਸੁਣੀ ਆ, ਮੈਨੂੰ ਕੁਝ ਦੇਵੋ। ਤੇ ਗੁਰੂ ਨਾਨਕ ਨੇ ਆਪਣੇ ਮੁਖ ਤੋਂ ਉਸ ਵੇਲੇ ਬਚਨ ਕਹੇ ਸੀ, ਕਹਿਣ ਲੱਗੇ ਮਰਦਾਨਿਆ, ਜੋ ਤੈਨੂੰ ਦੇਵਾਂਗੇ ਉਹ ਰਹਿੰਦੀ ਦੁਨੀਆ ਤੱਕ ਰਹੇਗਾ। ਮਹਾਰਾਜ ਮੇਰੇ ਤੇ ਬਖਸ਼ਿਸ਼ ਕਰ ਦੇਵੋ, ਰਹਿਮਤ ਕਰੋ ਮੇਰੇ ਤੇ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਬਚਨ ਉਸ ਵੇਲੇ ਕੀਤਾ ਵੀ ਰਬਾਬ ਦਾ ਗੁਣ ਸੰਗੀਤ ਤੇਰੀ ਝੋਲੀ ਵਿੱਚ ਪਾ ਦਿੱਤਾ। ਐਵੇਂ ਨਾ ਛਾਲਾਂ ਮਾਰਦੇ ਫਿਰਿਆ ਕਰੋ ਵੀ ਆ ਸੰਗੀਤ ਦੀ ਦਾਤ ਮੈਨੂੰ ਮਿਲੀ ਆ, ਫਲਾਣੇ ਨੂੰ ਮਿਲੀ ਹੈ। ਗੁਰੂ ਨਾਨਕ ਨੇ ਦਿੱਤੀ। ਰਬਾਬ ਤੈਨੂੰ ਵਜਾਉਣੀ ਆਵੇ। ਹਜੇ ਰਬਾਬ ਦਾ ਜਿਹੜੀ ਰਬਾਬ ਲੈਣੀ ਆ ਉਹ ਅੱਗੇ ਆਪਾਂ ਇਤਿਹਾਸ ਸਾਂਝਾ ਕਰਾਂਗੇ। ਤੈਨੂੰ ਰਬਾਬ ਵਜਾਉਣੀ ਆਵੇ, ਰਬਾਬ ਦਾ ਗੁਣ ਤੇਰੀ ਝੋਲੀ ਵਿੱਚ ਪਾ ਦਿੱਤਾ ਏ ਸੀ ਧੰਨ ਨਾਨਕ ਨਿਰੰਕਾਰੀ। ਤਾਈਓ ਜਿੱਥੇ ਵੀ ਜਾਣਗੇ ਅੱਗੇ ਪ੍ਰਚਾਰ ਕਰ ਲਈ ਇਹੀ ਗੱਲ ਕਹਿਣੀ ਆ, ਮਰਦਾਨਿਆਂ ਰਬਾਬ ਦੀਆਂ ਤੰਦਾਂ ਛੇੜ। ਬਸ ਤੁਰਕੀ ਬਾਣੀ ਆਈ ਆ, ਮਰਦਾਨੇ ਨੇ ਰਬਾਬ ਦੀਆਂ ਤੰਦਾਂ ਵਜਾਉਣੀਆਂ ਤੇ ਤੁਰਕੀ ਬਾਣੀ ਚੱਲ ਪੈਣੀ ਆ। ਇਹ ਗੁਣ ਗੁਰੂ ਨਾਨਕ ਨੇ ਝੋਲੀ ਵਿੱਚ ਪਾ ਦਿੱਤਾ ਸੀ ਉਸ ਸਮੇਂ। ਤੇ ਦੂਸਰਾ
ਇਤਿਹਾਸ ਦੱਸਦਾ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਤਨ ਦਾ ਜਾਮਾ ਲਾ ਕੇ ਤੇ ਕੁਝ ਨਗਦੀ, ਹੁਣ ਜਾਮੇ ਦਾ ਅਰਥ ਕੀ ਹੈ, ਜਾਨੀ ਆਪਣੇ ਤਨ ਦਾ ਕੁੜਤਾ ਹੀ, ਕੁੜਤਾ ਕੋਈ ਮਾੜੀ ਮੋਟੀ ਗੱਲ ਨਹੀਂ ਗੀ। ਆਪਾਂ ਕਹਿੰਦੇ ਆ ਵੀ ਦਸਤਾਰ ਜਿਹੜੀ ਹੈ ਨਾ, ਦਸਤਾਰ ਜਾਨੀ ਪੱਗ ਵੱਟ ਯਾਰ, ਬਹੁਤ ਵੱਡੀ ਗੱਲ ਆ। ਪੱਗ ਵੱਟ ਯਾਰ ਬਹੁਤ ਵੱਡੀ ਗੱਲ। ਪੱਗ ਵੱਟ ਦਾ ਅਰਥ ਹੁੰਦਾ ਮੈਂ ਤੈਨੂੰ ਆਪਣਾ ਸਿਰ ਦੇ ਦਿੱਤਾ, ਤੂੰ ਮੈਨੂੰ ਆਪਣਾ ਸਿਰ ਦੇ ਦਿੱਤਾ, ਜਾਨੀ ਮੈਂ ਤੈਨੂੰ ਆਪਣਾ ਦਿਮਾਗ ਦੇ ਦਿੱਤਾ, ਤੂੰ ਮੈਨੂੰ ਆਪਣਾ ਦਿਮਾਗ ਦਿੱਤਾ, ਵੀ ਅੱਜ ਤੋਂ ਬਾਅਦ ਆਪਾਂ ਇੱਕ ਹੋ ਗਏ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਤਨ ਦਾ ਚੋਲਾ ਹੀ ਲਾ ਕੇ ਦੇ ਦਿੱਤਾ, ਕਹਿਣ ਲੱਗੇ ਮਰਦਾਨਿਆ ਯਾਦ ਰੱਖ, ਅੱਜ ਤੋਂ ਬਾਅਦ ਮੈਂ ਤੇਰਾ ਸਾਰਾ ਹੀ ਹੋ ਗਿਆ, ਤੂੰ ਮੇਰਾ ਸਾਰਾ ਹੋ ਗਿਆ, ਮੈਂ ਤੇਰਾ ਸਾਰਾ ਹੋ ਗਿਆ। ਤਨ ਦੇ ਚੋਲੇ ਤੋਂ ਅਰਥ ਇਹ ਸੀਗਾ। ਚੋਲਾ ਲਾ ਕੇ ਜਾਮਾ ਲਾ ਕੇ ਦਿੱਤਾ, ਕੁਝ ਨਗਦੀ ਦਿੱਤੀ, ਮਰਦਾਨਿਆਂ ਨੇੜੇ ਹੀ ਸਮਾਂ ਹੈ, ਤਿਆਰ ਰਵੀ, ਇਹ ਬਚਨ ਕੀਤੇ ਗੁਰੂ ਨਾਨਕ ਨੇ। ਚਲਾ ਗਿਆ ਭਾਈ ਮਰਦਾਨਾ। ਇਧਰ ਸਗਾਈ ਦਾ ਜਿਹੜਾ ਸੀਗਾ ਉਹ ਸਾਰਾ ਹੋ ਗਿਆ, ਪਰਿਵਾਰ ਆਪੋ ਆਪਣੇ ਘਰਾਂ ਚਲੇ। ਗੁਰੂ ਨਾਨਕ 13 ਕਰਕੇ ਤੋਲੀ ਜਾਂਦੇ ਆ। ਕੁਝ ਦਿਨ ਲੰਘੇ, ਫਿਰ ਕਿਸੇ ਚੁਗਲਖੋਰ ਨੇ ਜਾ ਚੁਗਲੀ ਕੀਤੀ, ਦੂਜੀ ਵਾਰੀ ਹਿਸਾਬ ਹੋਣਾ। ਮੁਨਸ਼ੀ ਕੋਲ ਜਾ ਚੁਗਲੀ ਕੀਤੀ। ਮੁਨਸ਼ੀ ਨੇ ਕਿਹਾ ਵੀ ਦੌਲਤ ਖਾਨ ਨੂੰ ਵੀ ਹਿਸਾਬ ਤਾਂ ਕਰੋ। ਇਤਿਹਾਸ ਦੱਸਦਾ ਹੈ ਵੀ ਹਿਸਾਬ ਕਰਦਿਆਂ ਕਰਦਿਆਂ 5 ਦਿਨ ਲੰਘ ਗਏ ਸੀ। 5 ਦਿਨ। ਦੂਜੀ ਵਾਰੀ ਜਦੋਂ ਹਿਸਾਬ ਹੋਇਆ, ਮੁਨਸ਼ੀ ਜਾਦੋ ਰਾਏ, ਸਤਿਕਾਰਯੋਗ ਬਾਬਾ ਜੈ ਰਾਮ ਜੀ, ਗੁਰੂ ਨਾਨਕ ਦੇਵ ਮਹਾਰਾਜ, ਭਾਈ ਬਾਲਾ ਜੀ, ਦੌਲਤ ਖਾਂ, ਸਾਰੇ ਉਹਦੀ ਕਚਹਿਰੀ ਵਿੱਚ ਹਿਸਾਬ ਹੋ ਰਿਹਾ। 5 ਦਿਨ ਲੰਘੇ ਹਿਸਾਬ ਕਿਤਾਬ ਕਰਦਿਆਂ, ਤੇ ਅਖੀਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 321 ਰੁਪਏ ਨਵਾਬ ਦੌਲਤ ਖਾਂ ਵੱਲ ਨਿਕਲੇ। ਪਹਿਲੇ ਵਾਰੀ ਕਿੰਨੇ ਨਿਕਲੇ ਸੀ? 135 ਰੁਪਏ। ਦੂਜੀ ਵਾਰੀ 321 ਰੁਪਏ। 5 ਦਿਨ। ਮੁਨਸ਼ੀ ਵੀ ਨਮੋ ਝੀਨਾ ਜਾ ਹੋਇਆ। ਨਵਾਬ ਦੌਲਤ ਖਾਂ ਕਹਿਣ ਲੱਗਾ ਵੀ ਥੋੜਾ ਜਿਹਾ ਸੋਚ ਲਿਆ ਕਰੋ, ਤੁਸੀਂ ਮਗਰ ਲੱਗ ਜਾਂਦੇ ਆ। ਕਹਿੰਦੇ ਜੀ ਸਮਝ ਨਹੀਂ ਆਉਂਦੀ, ਉੱਥੇ ਤੇ 13 ਕਰਕੇ ਤੋਲੀ ਜਾਂਦੇ ਆ, ਵੀ ਕੌਣ ਇਹਨਾਂ ਨੂੰ ਸਮਝਾਵੇ ਕਿ ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਕੁ ਗੁਰੂ ਨਾਨਕ ਹੈ, ਓਡੀ ਕੁ ਵੱਡੀ ਉਹਦੀ ਦਾਤ ਹੈ। ਉਹਦੇ ਖਜ਼ਾਨੇ ਨਹੀਂ ਮੁੱਕਣੇ, ਉਹ ਭਰਪੂਰ ਰੱਖ ਜਾਣੇ, ਕੌਣ ਸਮਝਾਵੇ। ਦੂਜੀ ਵਾਰੀ ਹਿਸਾਬ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਵਾਬ ਦੇ ਵੱਲ ਪੈਸੇ ਨਿਕਲੇ 321 ਰੁਪਏ। ਨਵਾਬ ਨੇ ਖੁਸ਼ ਹੋ ਕੇ ਦੂਜੀ ਵਾਰੀ, ਇਤਿਹਾਸ ਦੱਸਦਾ ਵੀ 3000 ਰੁਪਇਆ ਫਿਰ ਦਿੱਤਾ। ਪਹਿਲੀ ਵਾਰੀ 1000 ਦਿੱਤਾ ਸੀ ਕੰਮ ਚਲਾਉਣ ਲਈ। ਦੂਜੀ ਵਾਰੀ ਹਿਸਾਬ ਕੀਤਾ, ਉਦੋਂ ਕਿਹਨਾਂ ਦਿੱਤਾ? 1700। ਤੀਜੀ ਵਾਰੀ ਜੋ ਦੂਜੀ ਵਾਰੀ ਹਿਸਾਬ, ਫਿਰ ਤੀਜੀ ਵਾਰੀ ਹਿਸਾਬ ਹੋਇਆ, ਉਦੋਂ ਕਿਹਨੇ ਦਿੱਤੇ? 3000 ਰੁਪਇਆ, ਵੀ ਤੁਸੀਂ ਆ ਕੰਮ ਕਾਰ ਚਲਾਵੋ। ਪਰ ਗੁਰੂ ਨਾਨਕ ਦੇਵ ਮਹਾਰਾਜ ਚੁੱਪ ਹੋ ਗਏ। ਬੇਬੇ ਨਾਨਕੀ ਨੂੰ ਕਹਿਣ ਲੱਗੇ ਸਾਡਾ ਹੁਣ ਮਨ ਨਹੀਂ ਕਰਦਾਗਾ ਵੀ ਅਸੀਂ ਇਹ ਹੁਣ। ਪਰ ਸਤਿਕਾਰਯੋਗ ਭਾਈ ਬਾਲਾ ਜੀ ਕਹਿਣ ਲੱਗੇ ਵੀ ਆਪਾਂ ਨੂੰ ਹਜੇ ਲੋੜ ਹੈ। ਭਾਈ ਬਾਲਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਸ ਵਿੱਚ ਵਿਚਾਰ। ਬੇਬੇ ਨਾਨਕੀ ਜੀ ਨੇ ਵੀ ਬੇਨਤੀ ਕੀਤੀ ਵੀ ਚਲੋ ਹੁਣ ਵਿਆਹ ਦੀ ਡੇਟ ਨੇੜੇ ਆ, ਵਿਆਹ ਦੀ ਤਰੀਕ ਅੱਜ ਦੇ ਸਮੇਂ ਮੁਤਾਬਕ ਇਉਂ ਕਰਦਿਆਂ ਕਰਿਆਉਂਦਿਆਂ ਵਿਆਹ ਦੀ ਤਰੀਕ ਵੀ ਨੇੜੇ ਆ ਗਈ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਵਿਆਹ। ਇਧਰੋਂ ਸਾਰਾ ਨਾਨਕਾ ਦਾਦਕਾ ਪਰਿਵਾਰ ਸੁਲਤਾਨਪੁਰ ਲੋਧੀ ਤੋਂ ਸਾਰੇ ਜਾਣੇ ਇਕੱਠੇ ਹੋ ਕੇ ਜਨ ਦੀ ਜਿਹੜੀ ਤਰੀਕ ਸੀਗੀ ਉਹ ਆ ਗਈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਵਿਆਹੁਣ ਦੇ ਲਈ ਬਟਾਲੇ ਵਿੱਚ ਚਲੇ ਗਏ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜਾ ਬਰਾਜੇ ਨਾ, ਉਹ ਕੱਚੀ ਕੰਧ ਸੀ। ਜਿਵੇਂ ਅੱਜ ਦੇ ਸਮੇਂ ਵਿੱਚ ਆਪਾਂ ਕਹਿ ਦਿੰਦੇ ਆ ਵੀ ਸਾਲੀਆਂ ਨੇ ਕੋਈ ਸ਼ਰਾਰਤ ਕੀਤੀ। ਅੱਜ ਜਿਵੇਂ ਸਾਲੀਆਂ ਜਿਹੜੀਆਂ ਸਨ, ਉਹਨਾਂ ਨੇ ਕਿਹਾ ਵੀ ਪ੍ਰਾਹੁਣਾ ਆਇਆ, ਕੱਚੀ ਕੰਧ ਦੇ ਨਾਲ ਮੰਜਾ ਢਾ ਦਿੰਨੇ ਆ ਤੇ ਇਹ ਮਾੜੀ ਜੀ ਡਿੱਗ ਪੂਗੀ, ਚਲੋ ਕੱਪੜੇ ਕੁੱਪੜੇ ਜਿਹੜੇ ਆ ਉਹ ਰੇਤੇ ਨਾਲ, ਜਿਹਨੂੰ ਮਖੌਲ ਮਜ਼ਾਕ ਆਪਾਂ ਕਹਿ ਦਿੰਦੇ ਆ। ਗੁਰੂ ਨਾਨਕ ਦਾ ਆਸਨ ਉੱਥੇ ਲਾਇਆ ਤੇ ਕਿਸੇ ਨੇ ਜਾ ਕੇ ਆ ਜੀ ਇਹ ਕੰਧ ਡਿੱਗਣ ਵਾਲੀ ਆ। ਹਜੂਰ ਨੇ ਮੁਖ ਚੋਂ ਬਚਨ ਕੇ ਕਹਿੰਦੇ ਰਹਿੰਦੀ ਦੁਨੀਆ ਤੱਕ ਨਹੀਂ ਡਿੱਗਣੀ। ਅੱਜ ਵੀ ਤੁਸੀਂ ਬਟਾਲੇ ਜਾ ਕੇ ਦਰਸ਼ਨ ਕਰ ਲਿਓ, ਗੁਰਦਾਸਪੁਰ ਦੇ ਵਿੱਚ ਉਹ ਕੰਧ ਖੜੋਤੀ ਆ। ਪਰ ਇੱਕ ਮੈਂ ਬੇਨਤੀ ਕਰੂੰਗਾ ਵੀ ਜਿਹੜੀ ਕੰਧ ਉਹਨਾਂ ਸਮਿਆਂ ਦੇ ਵਿੱਚ ਨਹੀਂ ਡਿੱਗੀ,
ਮਾਈਆਂ ਪਤਾ ਕੀ ਕਰਨ ਲੱਗੀਆਂ ਸੀਗੀਆਂ ਉੱਥੋਂ ਦੀਆਂ, ਹੁਣ ਸੀਸਾ ਲਾਇਆ ਐਸਜੀਪੀਸੀ ਕਮੇਟੀ ਵਾਲਿਆਂ ਨੇ, ਸਹੀ ਕੀਤਾ, ਉਹ ਥੋੜੀ ਥੋੜੀ ਮਿੱਟੀ ਲਈ ਜਾਂਦੀਆਂ ਸੀ, ਉਹ ਜ਼ਰੂਰੀ ਸੀ। ਉਹ ਕੰਧ ਤੁਸੀਂ ਦਰਸ਼ਨ ਕਰਿਓ। ਹਜੂਰ ਦਾ ਵਿਆਹ ਹੋਇਆ, ਔਰ ਇੱਥੇ ਇਹ ਵੀ ਮੈਂ ਜ਼ਿਕਰ ਕਰ ਦੇਵਾਂ, ਇੱਕ ਓੰਕਾਰ ਤੋਂ ਲੈ ਕੇ ਮੂਲ ਮੰਤਰ ਜਿਹੜਾ ਸੀਗਾ ਉਹ ਰੱਖ ਕੇ ਤੇ ਫਿਰ ਮਹਾਰਾਜ ਦੀਆਂ ਲਾਵਾਂ ਜਿਹੜੀਆਂ ਉਹ ਕੀਤੀਆਂ ਗਈਆਂ। ਗੁਰਮਤਿ ਮਰਜ਼ਾਦਾ ਤੇ ਗੁਰੂ ਸਾਹਿਬ ਉਦੋਂ ਚਲਾ ਗਏ ਸੀਗੇ। ਵਿਆਹ ਹੋ ਕੇ ਵਾਪਸ ਆ ਗਏ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਸੁਲਤਾਨਪੁਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਕਹਿ ਗਏ ਵੀ ਹੁਣ ਮੋਦੀ ਦੀ ਕਾਰ ਤੂੰ ਸੰਭਾਲੀ, ਅਸੀਂ ਜਾਂਦੇ ਹਾਂ ਰਾਏ ਭੋਜ ਤਲਵੰਡੀ। ਰਾਏ ਭੋਜ ਦੀ ਤਲਵੰਡੀ ਵਿੱਚ ਵਿਆਹ ਕਰਵਾ ਕੇ, ਜਾਨੀ ਸ਼ਾਦੀ ਕਰਵਾ ਕੇ, ਜਾਨੀ ਆਨੰਦ ਕਾਰਜ ਕਰਵਾ ਲਓ, ਅੱਜ ਦੇ ਭਾਸ਼ਾ ਵਿੱਚ ਆਪਾਂ ਕਹਿ ਦਿੰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਬਟਾਲੇ ਤੋਂ ਸੁਲਤਾਨਪੁਰ 2-4 ਦਿਨ ਰਹਿ ਕੇ ਫਿਰ ਸਤਿਕਾਰਯੋਗ ਸਾਡੇ ਮਾਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਦੇ ਧਰਮ ਸੁਪਤਨੀ ਬੀਬੀ ਸੁਲੱਖਣੀ ਜੀ, ਉਹਨਾਂ ਦੇ ਨਾਲ ਸੁਲਤਾਨਪੁਰ ਤੋਂ ਰਾਏ ਭੋਜ ਦੀ ਤਲਵੰਡੀ ਵਿੱਚ ਆਏ ਤੇ 1 ਮਹੀਨਾ ਰਹੇ ਉੱਥੇ। 1 ਮਹੀਨਿਆਂ ਦੇ ਵਿੱਚ ਜਦੋਂ ਰਹੇ ਹਨ ਤੇ ਉਦੋਂ ਹੀ ਰਾਏ ਬੁਲਾਰ ਰਾਜੇ ਦਾ ਗੁਰੂ ਸਾਹਿਬ ਨੇ ਉਧਾਰ ਕੀਤਾ। ਰਾਏ ਬੁਲਾਰ ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਸੀ, ਪ੍ਰੇਮੀ ਸੀਗਾ, ਇਹ ਗੱਲ ਪੱਕੀ ਹੈ। ਹਜੂਰ ਦੇ ਚਰਨ ਜਦੋਂ ਉਹਨੂੰ ਪਤਾ ਲੱਗਿਆ, ਰਾਏ ਬੁਲਾਰ ਸਰੀਰ ਕਰਕੇ ਕਾਫੀ ਬਜ਼ੁਰਗ ਹੋਇਆ ਪਿਆ ਸੀ, ਜਦੋਂ ਆਇਆ ਤੇ ਹਜੂਰ ਦੇ ਦਰਸ਼ਨ ਕੀਤੇ, ਨੇਤਰਾਂ ਚੋਂ ਹੰਝੂ ਚੱਲ ਪਏ। ਬੜਾ ਪਿਆਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਨੂੰ। ਨਾਨਕ ਤੂੰ ਨਿਰੰਕਾਰੀ ਆ, ਖੁਦਾ ਦਾ ਰੂਪ ਆ, ਅੱਲਾ ਦਾ ਰੂਪ ਆ, ਮੇਰੇ ਤੇ ਵੀ ਰਹਿਮਤ ਕਰ, ਮੇਰੇ ਤੇ ਬਖਸ਼ਿਸ਼ ਕਰ, ਮੇਰੇ ਤੇ ਕਿਰਪਾ ਕਰ, ਕਿਉਂਕਿ ਨਦੀ ਕਿਨਾਰੇ ਰੁਖੜਾ, ਹੁਣ ਪਤਾ ਨਹੀਂ ਕਦੋਂ ਇਹ ਸਰੀਰ ਛੱਡ ਜਾਣਾ, ਪਤਾ ਨਹੀਂ ਇਹ ਕਾਇਆ ਕਦੋਂ ਛੱਡ ਦੇਣੀ ਆ, ਮੇਰਾ ਵੀ ਆਵਾਗਮਨ ਦਾ ਚੱਕਰ ਖਤਮ ਕਰ ਦੇ। ਇਹ ਬੇਨਤੀ ਸੀਗੀ ਉਹਦੀ। ਰਾਏ ਬੁਲਾਰ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਨੇ ਕਿਹਾ, ਰਾਏ ਬੁਲਾਰ ਸਦਾ ਲਈ ਤੇਰੇ ਚਿੱਤ ਵਿੱਚ ਕਰਤਾਰ ਵਸੇ, ਸਦਾ ਲਈ ਤੇਰੇ ਚਿੱਤ ਵਿੱਚ ਨਿਰੰਕਾਰ ਵਸੇ, ਸਦਾ ਲਈ ਤੇਰੇ ਚਿੱਤ ਵਿੱਚ ਅੱਲਾ ਵਸੇ। ਬਸ ਜਿਹਨੂੰ ਇਹ ਬਚਨ ਕਰ ਦਿੱਤੇ, ਜਿਹਦੇ ਚਿੱਤ ਵਿੱਚ ਹੀ ਸਦਾ ਵਸ ਗਿਆ, ਉਹਨੂੰ ਹੋਰ ਕੀ ਚਾਹੀਦਾ। ਜਿਹਦੇ ਚਿੱਤ ਵਿੱਚ ਨਿਰੰਕਾਰ ਆ ਗਿਆ ਤੇ ਉਹਨੂੰ ਹੋਰ ਕੁਝ ਚਾਹੀਦਾ ਨਹੀਂ, ਸਭ ਕੁਝ ਮਿਲ ਗਿਆ। ਉਦੋਂ ਭਲਾ ਕੀਤਾ ਰਾਏ ਬੁਲਾਰ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਸ਼ਰਧਾ ਪਹਿਲਾਂ ਵੀ ਬਹੁਤ ਸੀ ਉਹਦੀ, ਪਰ ਇਹ ਬਖਸ਼ਿਸ਼ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸ਼ਾਦੀ ਵਿਆਹ ਕਰਵਾ ਕੇ, ਤੁਹਾਡੀ ਅੰਗਰੇਜ਼ੀ ਚ ਕਹਿ ਦਿੰਦੇ ਅੱਜ ਦੀ ਭਾਸ਼ਾ ਵਿੱਚ ਮੈਰਿਜ, ਇਹ ਕਰਵਾ ਕੇ ਜਦੋਂ ਮਹਾਰਾਜ ਗਏ ਆ ਨਾ ਵਾਪਸ, 1 ਮਹੀਨਾ ਰਹੇ ਆ, ਉਦੋਂ ਰਾਏ ਬੁਲਾਰ ਦੇ ਉੱਪਰ ਮਹਾਨ ਬਖਸ਼ਿਸ਼ ਜਾਣੀ ਆਵਾਗਮਨ ਦਾ ਚੱਕਰ ਕੱਟਿਆ। ਮਹੀਨਾ ਕੋ ਰਹੇ, ਵਾਪਸ ਗੁਰੂ ਨਾਨਕ ਦੇਵ ਮਹਾਰਾਜ ਫਿਰ ਇਧਰ ਸੁਲਤਾਨਪੁਰ ਪਹੁੰਚ ਗਏ। ਸੁਲਤਾਨਪੁਰ ਆਇਆ, ਬਾਬਾ ਬਾਲਾ ਜੀ ਮਿਲੇ, ਮੋਦੀ ਦੀ ਕਾਰ ਜਿਹੜੀ ਸੀ ਉਹ ਸਾਰੀ ਸੰਭਾਲੀ, ਸਾਰੀ ਮੋਦੀ ਦੀ ਕਾਰ ਸੰਭਾਲੀ। ਕਿਸੇ ਚੁਗਲਖੋਰ ਨੇ ਤੀਜੀ ਵਾਰ ਜਾ ਕੇ ਫਿਰ ਚੁਗਲੀ ਕੀਤੀ, ਜੋ ਇਤਿਹਾਸ ਦੇ ਬਚਨਾਂ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਹਿਸਾਬ ਕਿਤਾਬ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਫਿਰ ਵਾਧੇ ਚਾਹੇ ਪੈਸੇ, ਪਰ ਗੁਰੂ ਨਾਨਕ ਨੇ ਕਹਿ ਦਿੱਤਾ, ਕਹਿੰਦੇ ਬਾਲਿਆ ਬਸ ਹੁਣ ਜੋ ਕਾਰਨ, ਜੋ ਕਾਰਜ ਦੇ ਲਈ ਆਏ ਆ ਨਾ, ਉਹ ਕਰਨਾ ਹੈ। ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਆਨੰਦ ਵਿੱਚ, ਬਾਬਾ ਮੂਲ ਚੰਦ ਜੀ, ਸਾਡੇ ਮਾਤਾ ਸੁਲੱਖਣੀ ਜੀ, ਗੁਰੂ ਨਾਨਕ ਦੇਵ ਮਹਾਰਾਜ ਧਰਮ ਸੁਪਤਨੀ, ਬਾਬਾ ਮੂਲ ਚੰਦ ਜੀ ਖੱਤਰੀ ਅਤੇ ਚੰਦੋ ਰਾਣੀ ਜੀ, ਗੁਰੂ ਨਾਨਕ ਦੇਵ ਮਹਾਰਾਜ ਦੇ ਸੱਸ, ਇਹ ਦੋਵੇਂ ਚੱਲ ਕੋਈ ਬਟਾਲੇ ਤੋਂ ਆਏ ਆ ਸੁਲਤਾਨਪੁਰ ਲੋਧੀ, ਜਿਵੇਂ ਆਪਾਂ ਕਹਿੰਦੇ ਆਪਣੀ ਧੀ ਕੋਲੇ। ਧੀਏ ਕੀ ਹਾਲ ਆ? ਕਹਿੰਦੀ ਬਸ ਕੀ ਦੱਸਾਂ, ਉਦੋਂ ਇਹ ਇਤਿਹਾਸ ਵਿੱਚ ਬਚਨ ਆਉਂਦਾ। ਕੀ ਹੋਇਆ? ਕਹਿੰਦੀ ਕੀ ਹੋਣਾ, ਫਿਰ ਵੀ ਕੀ, ਬਸ ਨਾਨਕ ਨਿਰੰਕਾਰੀ ਹੈ ਪਰ ਉਹ ਘਰ ਹੀ ਨਹੀਂ ਆਉਂਦੇਗੇ, 13 ਕਰਕੇ ਤੋਲੀ ਜਾਂਦੇ ਆ, ਕੁਝ ਸਾਡਾ ਵੀ ਖਿਆਲ ਰੱਖਣ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਚੰਦੋ ਰਾਣੀ ਨੇ ਉਸ ਵੇਲੇ ਬੇਬੇ ਨਾਨਕੀ ਨੂੰ ਇਹ ਗੱਲ ਕਹੀ ਵੀ ਤੁਸੀਂ ਸਮਝਾਓ,
ਬੇਬੇ ਨਾਨਕੀ ਕਹਿਣ ਲੱਗੀ ਉਹ ਨਿਰੰਕਾਰੀ ਆ, ਨਾਨਕ ਨਿਰੰਕਾਰੀ ਆ ਮਾਸੀ ਜੀ, ਕਿਉਂਕਿ ਮਾਸੀ ਜੀ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਦੇ ਸੱਸ। ਮਾਸੀ ਜੀ ਤੁਸੀਂ ਫਿਕਰ ਨਾ ਕਰੋ, ਮੈਂ ਆਪੇ ਸਮਝਾਵਾਂਗੀ। ਜਦੋਂ ਸ਼ਾਮਾਂ ਪਈਆਂ ਗੁਰੂ ਨਾਨਕ ਨੂੰ ਸਾਰੀ ਗੱਲ ਦੱਸੀ। ਗੁਰੂ ਨਾਨਕ ਦੇਵ ਮਹਾਰਾਜ ਕੁਝ ਸਮਾਂ ਫਿਰ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਵਿਚਰੇ। ਸਤਿਕਾਰਯੋਗ ਮਾਤਾ ਸੁਲੱਖਣੀ ਜੀ ਬੜੇ ਖੁਸ਼ ਹੋਏ। ਗੁਰੂ ਨਾਨਕ ਦੇ ਗ੍ਰਹਿ ਵਿਖੇ ਸੁਲਤਾਨਪੁਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਦੇ ਸੁਪੁੱਤਰ ਜੀ ਜਨਮ ਲੈ ਰਹੇ ਆ। ਸਤਿਕਾਰਯੋਗ ਬਾਬਾ ਸ਼੍ਰੀ ਚੰਦ ਜੀ ਬ੍ਰਹਮ ਗਿਆਨੀ ਪਹਿਲੇ ਪੁੱਤਰ ਨੇ ਜਨਮ ਲਿਆ। ਵਧਾਈਆਂ ਹੋਈਆਂ ਸੁਲਤਾਨਪੁਰ ਦੇ ਵਿੱਚ, ਵਧਾਈਆਂ ਹੋਈਆਂ। ਇੱਧਰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਆ ਕੇ ਸਰੀਕੇ ਨੇ, ਭਾਈਚਾਰੇ ਨੇ ਸਤਿਕਾਰਯੋਗ ਬਾਬਾ ਮਹਿਤਾ ਕਲਿਆਣ ਦਾਸ ਜੀ ਨੂੰ, ਬਾਬਾ ਲਾਲੂ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ, ਕੋਈ ਕਵੇ ਭਾਈ ਤੂੰ ਦਾਦੀ ਬਣ ਗਈ, ਕੋਈ ਦਾਦਾ ਬਣ ਗਿਆ। ਇਦਾਂ ਵਧਾਈਆਂ ਹੋਈਆਂ, ਕਿਉਂਕਿ ਇਤਿਹਾਸ ਨਾ ਮੁੱਠੀ ਭਰ ਭਰ ਕੇ ਕਵੀ ਸਾਹਿਬ ਨੇ ਲਿਖਿਆ। ਇਹ ਵਧਾਈਆਂ ਹੋਈਆਂ। ਗੁਰੂ ਨਾਨਕ ਦੇ ਮਰਜ ਮੋਦੀ ਦੀ ਕਾਰ ਚਲਾ ਰਹੇ ਆ, ਤੇ ਮੋਦੀ ਦੀ ਕਾਰ ਚਲਾਉਂਦਿਆਂ ਇੱਕ ਨਾ ਸੁਲਤਾਨਪੁਰ ਦੇ ਕੋਲੇ ਨਗਰ ਆ ਮਲਸੀਆਂ, ਸ਼ਾਹਕੋਟ ਜਾਣੇ ਅੱਗੇ ਜਾ ਕੇ ਮਲਸੀਆਂ ਹੁੰਦਾ, ਤੇ ਮਲਸੀਆਂ ਦੇ ਵਿੱਚ ਰਹਿੰਦਾ ਸੀਗਾ ਇੱਕ ਭਗੀਰਥ ਨਾਮ ਦਾ ਵਿਅਕਤੀ, ਤੇ ਉਹ ਕਾਲਕਾ ਦੀ ਪੂਜਾ ਕਰਦਾ ਸੀ। ਪੂਜਾ ਕਰਦਿਆਂ ਨੂੰ ਕਾਫੀ ਸਮਾਂ ਲੰਘ ਗਿਆ। ਇੱਕ ਦਿਨ ਸੁਪਨਾ ਆਇਆ ਵੀ ਜਿਹਦੀ ਤੂੰ ਪੂਜਾ ਕਰਦਾ ਨਾ, ਕਾਲਕਾ ਕਹਿਣ ਲੱਗੀ ਮੈਂ ਤੇ ਆਪ ਪੂਜਾ ਕਰਦੀ ਆ, ਮੈਂ ਵੀ ਗੁਰੂ ਨਾਨਕ ਦੇ ਕਮਲ ਸਿੱਖੇ ਚਰਨਾਂ ਦੀ ਪੁਜਾਰੀ ਆ, ਜੋ ਤੈਨੂੰ ਮਿਲੇਗਾ ਉਹਨਾਂ ਕੋਲ ਚੱਲ ਜਾਓ। ਸੁਲਤਾਨਪੁਰ ਦੇ ਵਿੱਚ ਬੈਠੇ ਆ। ਇਹ ਜਦੋਂ ਅੱਖ ਖੁੱਲੀ ਤੈਨੂੰ ਪਤਾ ਲੱਗਿਆ। ਅਗਲੇ ਦਿਨ ਭਗੀਰਥ ਨੇ ਸਾਰੀ ਗੱਲ ਆਦਿਕ ਪੁੱਛੀ ਵੀ ਨਾਨਕ ਨਿਰੰਕਾਰੀ? ਕਹਿੰਦੇ ਹਾਂ ਹੈ ਨਾਨਕ ਨਿਰੰਕਾਰੀ। ਕਿੱਥੇ ਹੈ ਨਾਨਕ ਨਿਰੰਕਾਰੀ? ਸੁਲਤਾਨਪੁਰ ਦੇ ਵਿੱਚ। ਇਹਨੇ ਜਾ ਸੀਸ ਝੁਕਾਇਆ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ, ਮੱਥਾ ਟੇਕਿਆ। ਮਹਾਰਾਜ ਬੜਾ ਸਮਾਂ ਮੈਂ ਦੇਵੀ ਦੇਵਤਿਆਂ ਦੀ ਆਰਾਧਨਾ ਕੀਤੀ, ਯਾਦ ਰੱਖਿਓ ਅੱਜ ਆ ਸਿੱਖ ਲਵੋ ਸਿੱਖਿਆ। ਜਿੰਨੇ ਦੇਵੀ ਦੇਵਤੇ ਆ ਸਭ ਗੁਰੂ ਨਾਨਕ ਦੇ ਚਰਨਾਂ ਤੇ ਆ ਕੇ ਸੀਸ ਝੁਕਾਉਂਦੇ ਆ, ਮੱਥਾ ਟੇਕਦੇ ਆ। ਸਾਡੇ ਵਾਲਿਆਂ ਨੂੰ ਪਤਾ ਨਹੀਂ ਕੀ ਹੋਇਆ ਵੀ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਇੱਧਰ ਨੂੰ ਜਾਂਦਾ, ਕੋਈ ਉੱਧਰ ਨੂੰ ਜਾਂਦਾ, ਪਤਾ ਨਹੀਂ ਕੀ ਚੱਕਰ ਹੈ। ਜਿੰਨਾ ਚਿਰ ਜਾ ਕੇ ਕਿਸੇ ਖੁਰੜਿਆਂ ਤੇ ਸਿਰ ਨਹੀਂ ਝੁਕਾਉਂਦੇ ਉਹਨਾਂ ਚਿਰ ਟਿਕਾ ਹੀ ਨਹੀਂ ਆਉਂਦਾਗਾ। ਆ ਦੇਵੀ ਦੇਵਤੇ ਖੁਦ ਦੱਸ ਰਹੇ ਆ। ਵੈਸੇ ਗੁਰਬਾਣੀ ਵਿੱਚ ਵੀ ਬੜੇ ਬਚਨ ਆਏ ਆ, ਤੂੰ ਕਹੀਅਤ ਹੈ ਆਦ ਭਵਾਨੀ ਮੁਕਤੀ ਕੀ ਬਰੀਆ ਕਾਏ ਚਬਾਨੀ। ਇਸ ਭਗੀਰਥ ਨੇ ਮਲਸੀਆਂ ਦੇ ਰਹਿਣ ਵਾਲੇ ਨੇ ਗੁਰੂ ਨਾਨਕ ਦੇ ਚਰਨਾਂ ਜਾ ਸੀਸ ਝੁਕਾਇਆ। ਮਹਾਰਾਜ ਮੈਨੂੰ ਏਦਾਂ ਸੁਪਨਾ ਆਇਆ। ਉਹ ਦੇਵੀ ਵੀ ਕਹਿਣ ਲੱਗੀ ਵੀ ਜੇ ਕਿਤੇ ਤੇਰਾ ਉਧਾਰ ਕਰਨਗੇ ਤੇ ਖੁਦ ਨਿਰੰਕਾਰ ਹੈ, ਮੇਰੇ ਤੇ ਰਹਿਮਤ ਕਰੋ। ਮਹਾਰਾਜ ਕਹਿੰਦੇ ਤੇਰੇ ਚਿੱਤ ਕਰਤਾਰ ਵਸੇ। ਕੁਝ ਸਮਾਂ ਭਗੀਰਥ ਉੱਥੇ ਰਹਿ ਕੇ ਸੇਵਾ ਕਰਦਾ ਰਿਹਾ। ਇੱਕ ਦਿਨ ਭਾਈ ਮਰਦਾਨਾ ਆਇਆ ਚੱਲ ਕੇ ਰਾਏ ਭੋਜ ਦੀ ਤਲਵੰਡੀ ਤੋਂ ਸੁਲਤਾਨਪੁਰ ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਦਿੱਤਾ ਹੋਇਆ ਸਭ ਕੁਝ ਆ, ਪਰ ਮੇਰੀ ਧੀ ਦਾ ਵਿਆਹ ਕਿਰਪਾ ਕਰੋ, ਕੁਝ ਮਾਇਆ ਚਾਹੀਦੀ ਆ। ਮਹਾਰਾਜ ਕਹਿਣ ਲੱਗੇ ਜ਼ਰੂਰ ਮਿਲੇਗੀ। ਭਗੀਰਥ ਨੂੰ ਕਿਹਾ ਭਗੀਰਥ ਏਦਾਂ ਕਰ, ਤੂੰ ਚਲਾ ਜਾ ਰਾਏ ਭੋਜ ਦੀ ਤਲਵੰਡੀ, ਤੇ ਉੱਥੇ ਇੱਕ ਭਾਈ ਮਨਸੁਖ ਰਹਿੰਦਾ, ਉਹਦੇ ਕੋਲੋਂ ਜਾ ਕੇ ਜੋ ਖਰਚਾ ਆਦਿਕ ਆਉਂਦਾ ਨਾ ਉਹ ਲੈ ਕੇ ਤੇ ਅੱਜ ਰਾਤ ਨੂੰ ਮੁੜ ਕੇ ਆਏ। ਕਿਆ ਬਾਤ ਹੈ। ਸੁਬਾਹ ਨਿਕਲ ਜਾ। ਦਿਨ ਚੜ੍ਹਦੇ ਆ ਭਾਈ ਭਗੀਰਥ ਚਲਾ ਗਿਆ, ਜਾ ਕੇ ਮਨਸੁਖ ਨੂੰ ਮਿਲਿਆ। ਉਹਨੂੰ ਜਾ ਮਿਲਿਆ, ਸਾਰੀ ਵਾਰਤਾ ਦੱਸੀ। ਵੀ ਉਹ ਕਹਿਣ ਲੱਗਾ ਵੀ ਜਿੰਨਾ ਧਨ ਦੌਲਤ ਆ ਉਹ ਮੈਂ ਦੇ ਦਿੰਨਾ, ਪਰ ਚੂੜਾ ਨਹੀਂ ਮਿਲਣਾ, ਚੂੜਾ ਕੱਲ ਨੂੰ ਮਿਲੇਗਾ। ਕਹਿਣ ਲੱਗਾ ਨਹੀਂ, ਮੇਰੇ ਨਾਨਕ ਨਿਰੰਕਾਰੀ ਦਾ ਹੁਕਮ ਹੋਇਆ ਵੀ ਸ਼ਾਮ ਤੱਕ ਮੁੜਨਾ। ਉਹ ਮਨਸੁਖ ਕਹਿਣ ਲੱਗਾ ਵੀ ਇਹੋ ਜਿਹਾ ਕਿਹੜਾ ਨਾਨਕ ਨਿਰੰਕਾਰੀ ਆ ਗਿਆ, ਮੈਨੂੰ ਵੀ ਬੜੇ ਪਹਿਲਾਂ ਸਾਧ ਮਿਲੇ, ਇਤਿਹਾਸ ਵਿੱਚ ਬਚਨ ਆਉਂਦੇ ਆ। ਉਹਨਾਂ ਸਮਿਆਂ ਦੇ ਵਿੱਚ ਵੀ ਬੜੇ ਠੱਗ ਸੀ। ਮਤਾ ਸੋਚੋ ਵੀ ਅੱਜ ਹੀ ਠੱਗ ਆ। ਇਹ ਠੱਗ ਪਹਿਲਾਂ ਵੀ ਸੀ, ਅੱਜ ਵੀ ਆ, ਅੱਗੇ ਵੀ ਰਹਿਣੇ ਆ। ਉਹ ਕਹਿਣ ਲੱਗਾ, ਮਨਸੁਖ ਕਹਿੰਦਾ ਵੀ ਮੈਂ ਤੇ ਪਹਿਲਾਂ ਵੀ ਬਹੁਤ, ਮੈਨੂੰ ਪਹਿਲਾਂ ਵੀ ਬੜੇ ਮਿਲੇ ਆ, ਪਰ ਇਹੋ ਜਿਹਾ ਕਿਹੜਾ ਆ ਗਿਆ। ਭਗੀਰਥ ਕਹਿਣ ਲੱਗਾ ਨਾਨਕ ਮੂਰਤ ਨਿਰੰਕਾਰ ਦੀ, ਦੁਨੀਆ ਨੂੰ ਫਿਰਦੀ ਤਾਰਦੀ। ਆਹਾ, ਉਹਨੇ ਬਚਨ ਕਹੇ, ਨਾਨਕ ਮੂਰਤ ਨਿਰੰਕਾਰ ਦੀ, ਦੁਨੀਆ ਨੂੰ ਫਿਰਦੀ ਤਾਰਦੀ। ਉਹ ਤੇ ਤਾਰਦੇ ਫਿਰਦੇ ਆ ਦੁਨੀਆ ਨੂੰ, ਪਰ ਦੁਨੀਆ ਜਿਹੜੀ ਹੈ ਨਾ ਉਹ ਭੁੱਬਾਂ ਦੇ ਵਿੱਚ ਹੈ, ਦੁੱਖਾਂ ਦੇ ਵਿੱਚ ਹੈ।
ਉਹ ਕਹਿਣ ਲੱਗਾ, ਮਨਸੁਖ ਕਹਿੰਦਾ ਅੱਛਾ ਠੀਕ ਆ, ਮੈਂ ਮੰਨ ਜਾਵਾਂਗਾ, ਪਰ ਗੁਰੂ ਨਾਨਕ ਵੀ ਪੂਰਨ ਨਿਰੰਕਾਰੀ ਆ, ਮੈਂ ਚੂੜਾ ਮੇਰੀ ਧੀ ਦਾ ਪਿਆ, ਮੈਂ ਲੈ ਜਾਣਾ, ਹੁਣੀ ਤੇਰੇ ਨਾਲ ਜਾਣਾ, ਪਰ ਜਾਂਦਿਆਂ ਮੇਰਾ ਨਾਮ ਬੁੱਝ ਲੈਣਾ। ਉਹ ਕਹਿਣ ਲੱਗੇ ਇਹ ਕਿਹੜੀ ਗੱਲ ਆ, ਉਹ ਤੇ ਸ੍ਰਿਸ਼ਟੀ ਦੇ ਗਿਆਤੇ, ਉਤਰਾ ਕਾਲ ਸਮਿਆਂ ਦੇ ਗਿਆਤੇ, ਉਹ ਦਿਲਾਂ ਦੀਆਂ ਬੁੱਝਣ ਵਾਲੇ, ਤੂੰ ਇਹ ਕਿਹੜੀ ਗੱਲ ਕਹਿ ਦਿੱਤੀ। ਕਹਿੰਦੇ ਮਨਸੁਖ ਤੇ ਭਾਈ ਭਗੀਰਥ ਉਸੇ ਵੇਲੇ ਉੱਥੋਂ ਚੱਲੇ, ਰਾਤ ਦੇ ਰਹਿੰਦਿਆਂ ਕੁਝ ਪੈਰ ਵਾਪਸ ਸੁਲਤਾਨਪੁਰ ਆ ਗਏ। ਜਦੋਂ ਇਹਨੇ ਆ ਕੇ ਭਾਈ ਭਗੀਰਥ ਨੇ ਹਜੂਰ ਦੇ ਚਰਨਾਂ ਤੇ ਨਕ ਮਸਤਕ ਹੋ ਕੇ ਮੱਥਾ ਟੇਕਿਆ, ਜਦੋਂ ਮਨਸੁਖ ਟੇਕਣ ਲੱਗਿਆ, ਮਹਾਰਾਜ ਕਹਿਣ ਲੱਗੇ ਆ ਗਿਆ ਭਾਈ ਮਨਸੁਖ, ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਫਿਰ ਮੱਥਾ ਨਹੀਂ ਟੇਕਿਆ, ਫਿਰ ਡੰਡੌਤ ਬੰਦਨਾ ਕਰ ਦਿੱਤੀ। ਉਹ ਰੋਣ ਲੱਗ ਗਿਆ, ਮਹਾਰਾਜ ਮੇਰਾ ਵੀ ਭਲਾ ਕਰ, ਮੇਰੇ ਤੇ ਰਹਿਮਤ ਕਰ। ਹਜੂਰ ਕਹਿੰਦੇ ਤੇਰੇ ਚਿੱਤ ਕਰਤਾਰ ਵਸੇ। ਮਨਸੁਖ ਦਾ ਭਲਾ, ਭਗੀਰਥ ਦਾ ਭਲਾ। ਹੁਣ ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਈਂ ਵਿੱਚ ਪ੍ਰਵੇਸ਼ ਕਰਨਾ, ਇਹ ਅਗਲੀ ਕਥਾ ਆਪਾਂ ਲੜੀਵਾਰ ਇਸੇ ਤਰ੍ਹਾਂ ਵਿਚਾਰਾਂਗੇ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਮੁੱਚੀਆਂ ਨਾਨਕ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਮਨਾ ਰਹੀਆਂ, ਤੇ ਲੜੀਵਾਰ ਕਥਾ ਪਾਈ ਵੱਧ ਤੋਂ ਵੱਧ ਆਪ ਵੀ ਸਰਵਣ ਕਰੋ, ਹੋਰਾਂ ਤੱਕ ਵੀ ਪਹੁੰਚਾਓ। ਜਿਹੜੇ ਸੁਣਦੇ ਆ ਨਾ ਵੀਰ, YouTube ਚੈਨਲ ਦੇ ਉੱਪਰ ਵੀ ਸੁਣਦੇ ਆ ਸੰਗਤਾਂ, ਵੀ ਹੋਰਾਂ ਤੱਕ ਵੀ ਇਹ ਦਾਸ ਦੀ ਬੇਨਤੀ ਆ, ਗੁਰੂ ਨਾਨਕ ਦੇ ਗੁਣ ਗਾ ਕੇ ਆਪਾਂ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।